ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਮੂਹ ਦਰਸ਼ਕਾਂ ਦਾ ਹਰਪ੍ਰੀਤ ਸਿੰਘ ਦਰਦੀ ਵੱਲੋਂ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਨਿੱਘਾ ਸਵਾਗਤ ਹੈ। ਅਸੀਂ ਲਗਾਤਾਰ ਪਿਛਲੇ 2 ਐਪੀਸੋਡ ਕਰ ਚੁੱਕੇ ਹਾਂ ਸਾਈਂ ਮੀਆਂ ਮੀਰ ਸਾਹਿਬ ਅਤੇ ਗੁਰੂ ਸਾਹਿਬਾਨ ਦੀ ਜੋ ਦੋਸਤੀ ਹੈ, ਜੋ ਪਿਆਰ ਹੈ ਅਤੇ ਉਸ ਪਿਆਰ ਦਾ ਨਤੀਜਾ ਅੱਜ ਅਸੀਂ ਪ੍ਰਤੱਖ ਤੌਰ ਤੇ ਮਿਸਾਲ ਦੇਖਦੇ ਹਾਂ। ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਜੋ ਨੀਂਹ ਪੱਥਰ ਹੈ ਉਹ ਸਾਈਂ ਮੀਆਂ ਮੀਰ ਜੀ ਦੇ ਹੱਥੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਰਖਵਾਇਆ। ਅਤੇ ਉਹ ਸਾਰੇ ਇਤਿਹਾਸ ਦੀਆਂ ਕੜੀਆਂ ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪ ਜੀ ਨਾਲ ਸਾਂਝੀਆਂ ਕੀਤੀਆਂ ਤੇ 1 ਮਾਘ ਨੂੰ 13 ਜਨਵਰੀ ਨੂੰ ਜੋ ਸਾਡੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦਾ ਹਰਿਮੰਦਰ ਸਾਹਿਬ ਜੀ ਦਾ ਜੋ ਨੀਂਹ ਪੱਥਰ ਸਥਾਪਨਾ ਦਿਵਸ ਹੈ ਉਹ ਆ ਰਿਹਾ ਹੈ ਅਤੇ ਕੌਮ ਦੇ ਵਿੱਚ ਇੱਕ ਜਾਗਰੂਕਤਾ ਲਿਆਉਣ ਲਈ ਕਿ ਇਹ ਸਾਡਾ ਕੇਂਦਰੀ ਅਸਥਾਨ ਹੈ, ਇੱਕ ਸਰਬ ਸਾਂਝੀਵਾਲਤਾ ਦਾ ਪਿਆਰ ਦਾ ਪ੍ਰਤੀਕ ਹੈ ਅਤੇ ਚਾਰਾਂ ਦਿਸ਼ਾਵਾਂ ਤੋਂ ਬਿਨਾਂ ਕਿਸੇ ਭੇਦਭਾਵ ਤੋਂ ਇੱਕ ਹੋਕਾ ਦਿੰਦਾ ਹੈ ਪਰਮ ਪਿਤਾ ਪਰਮਾਤਮਾ ਦਾ ਪਿਆਰ ਪਾਉਣ ਲਈ। ਉਹਦੇ ਨਾਲ ਇੱਕ ਮਿਲਣੀ ਦਾ ਜੋ ਰਸਤਾ ਹੈ, ਜੋ ਪ੍ਰੇਮ ਦਾ ਰਸਤਾ ਹੈ, ਉਹ ਉਸ ਦੇ ਉੱਤੇ ਸਾਰੀ ਖਲਕਤ ਨੂੰ ਆਉਣ ਦਾ ਸੱਦਾ ਦਿੰਦਾ ਹੈ ਤੇ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਉਸੇ ਕੜੀ ਨੂੰ ਅੱਗੇ ਤੋਰਦੇ ਹੋਏ ਸਾਡੇ ਨਾਲ ਜੁੜ ਰਹੇ ਹਨ। ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੂੰ ਅਸੀਂ ਇੱਕ ਵਾਰ ਫਿਰ ਤੋਂ ਰੂਬਰੂ ਕਰਾਵਾਂਗੇ ਸਾਈਂ ਮੀਆਂ ਮੀਰ ਹਜ਼ਰਤ ਸਾਈਂ ਮੀਆਂ ਮੀਰ ਸਾਹਿਬ ਦੇ ਜੋ ਗੱਦੀ ਨਸ਼ੀਨ ਹਨ ਸਾਈਂ ਅਲੀ ਕਾਦਰੀ ਜੀ, ਅਲੀ ਰਜ਼ਾ ਕਾਦਰੀ ਜੀ, ਤੇ ਸਾਡੇ ਨਾਲ ਜੁੜ ਰਹੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਐਕਸ ਜਨਰਲ ਸਕੱਤਰ ਸਰਦਾਰਨੀ ਕਿਰਨਜੋਤ ਕੌਰ ਜੀ ਜੋ ਸੀਨੀਅਰ ਮੈਂਬਰ ਵੀ ਹਨ ਅਤੇ ਸੀਨੀਅਰ ਪੱਤਰਕਾਰ ਸਾਈਂ ਮੀਆਂ ਮੀਰ ਫਾਊਂਡੇਸ਼ਨ ਦੇ ਇੰਡੀਆ ਦੇ ਪ੍ਰਧਾਨ ਸਰਦਾਰ ਰੁਪਿੰਦਰ ਸਿੰਘ ਜੀ ਸ਼ਾਮਪੁਰਾ ਅਤੇ ਚੜ੍ਹਦੀ ਕਲਾ ਅਦਾਰੇ ਦੇ ਨਾਰਥ ਅਮਰੀਕਾ ਦੇ ਸਾਡੇ ਬਿਊਰੋ ਹੈਡ ਸ਼੍ਰੀ ਮੁਨੀਸ਼ ਬਿਆਲਾ ਜੀ ਨਿਊਯਾਰਕ ਤੋਂ, ਉਹ ਵੀ ਸਾਡੇ ਨਾਲ ਖਾਸ ਤੌਰ ਤੇ ਇਸ ਨਾਮ ਦੇ ਵਿੱਚ ਜੁੜੇ ਹੋਏ ਹਨ। ਆਪ ਸਭ ਦਾ ਪ੍ਰੋਗਰਾਮ ਨਜ਼ਰੀਆ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਸਾਨੂੰ ਪ੍ਰੇਰਿਆ ਕਿ ਇੱਕ ਜੋ ਸੁਨੇਹਾ ਹੈ ਕੌਮ ਦੇ ਨਾਮ ਤੇ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਅਸੀਂ ਜ਼ਰੂਰ ਦਈਏ ਕਿ ਜੋ ਸਾਡਾ ਕੇਂਦਰੀ ਅਸਥਾਨ ਹੈ ਬਹੁਤ ਵੱਡਾ ਅਸਥਾਨ ਹੈ ਅਤੇ ਸੰਸਾਰ ਭਰ ਦੇ ਵਿੱਚ ਇੱਕੋ ਇੱਕ ਅਸਥਾਨ ਐਸਾ ਹੈ ਜਿਹੜਾ ਇੱਕ ਧਰਮ ਦਾ ਜੋ ਕੇਂਦਰੀ ਅਸਥਾਨ ਹੈ ਉਹਦਾ ਨੀਂਹ ਪੱਥਰ ਦੂਸਰੇ ਧਰਮ ਦੇ ਇੱਕ ਸਾਈਂ ਫਕੀਰ ਨੇ ਰੱਖਿਆ ਅਤੇ ਪਿਆਰ ਤੇ ਸਾਂਝੀਵਾਲਤਾ ਦਾ ਸੁਨੇਹਾ ਪੂਰੇ ਸੰਸਾਰ ਨੂੰ ਦਿੱਤਾ। ਮੈਂ ਸ਼ੁਰੂਆਤ ਤੁਹਾਡੇ ਤੋਂ ਕਰ ਰਿਹਾ ਹਾਂ ਤੇ ਫਿਰ ਮਨੀਸ਼ ਬਿਆਲਾ ਜੀ ਮੈਂ ਬਾਲ ਤੁਹਾਡੇ ਹੱਥ ਦਿਆਂਗਾ ਕਿ ਇਹ ਪ੍ਰੋਗਰਾਮ ਨੂੰ ਅੱਗੇ ਚਲਾਉਣ ਲਈ ਤੁਸੀਂ ਜੋ ਹੈ ਇਹਦੀ ਕਮਾਂਡ ਨਾਲ ਸੰਭਾਲੋ ਜੀ। ਹਾਂਜੀ ਸਾਈਂ ਜੀ। जी, सब तो पहले थे वे तमाम पैनलिस्ट और समूह संगत जी इस वेले चढ़दी कला टाइम टीवी देख रही है, सारियां नू दरबार साईं मियां मीर साहब वालों सलाम पेश करना हा। सत श्री अकाल। साध संगत जी, जिस तरह के एक सिलसिला चलता जा रहा है प्रोग्राम्स दा और एक जागरूकता एक ऐसा नजरिया पेश किया जा रहा है कि कौम दे सामने वो नजरिया चढ़दी कला टाइम टीवी दे वल्लों सरदार हरप्रीत सिंह जी दर्दी और फकीर ਇਹਦੀ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਜਿੱਥੇ ਇਹ ਨਜ਼ਰੀਆ ਸਾਹਮਣੇ ਆਂਦਾ ਹੈ ਕਿ ਹਰ ਕੋਈ ਆਪਣੇ ਆਪਣੇ ਗੁਰਤਾਮਾ ਦਾ, ਆਪਣੇ ਆਪਣੀ ਆਰਗੇਨਾਈਜੇਸ਼ਨਸ ਦਾ, ਆਪਣੇ ਆਪਣੇ ਬਿਲਡਿੰਗਸ ਦਾ, ਆਪਣੇ ਆਪਣੇ ਡੇਰਿਆਂ ਦਾ, ਆਪਣੇ ਆਪਣੇ ਸਾਰੀਆਂ ਚੀਜ਼ਾਂ ਦਾ ਨੀਂਹ ਪੱਥਰ ਦਿਵਸ ਮਨਾਉਂਦਾ ਹੈ, ਫਾਊਂਡੇਸ਼ਨ ਡੇਜ਼ ਮਨਾਉਂਦੇ ਨੇ। ਉਹ ਦਿਨ ਯਾਦ ਰੱਖਦੇ ਨੇ ਜਦੋਂ ਕੰਮ ਨੂੰ ਸ਼ੁਰੂ ਕੀਤਾ, ਸਾਰੇ ਮਾਮਲਾਤ ਕੀਤੇ ਤੇ ਸਿਰਫ ਫਕੀਰ ਸਾਈਂ ਅਲੀ ਰਜ਼ਾ ਦਰਬਾਰ ਸਾਈਂ ਮੀਆਂ ਮੀਰ ਸਾਹਿਬ ਵੱਲੋਂ ਸਾਰੀ ਪੰਥ ਨੂੰ ਇਹ ਬੇਨਤੀ ਕਰਦਾ ਹੈ ਕਿ ਆਪ ਸਭ ਹਰਮੰਦਰ ਸਾਹਿਬ ਦਾ
ਨੀਂਹ ਪੱਥਰ ਦਿਹਾੜਾ ਨਾ ਭੁੱਲੋ। ਇਹ ਦਿਹਾੜਾ ਬੜੀ ਮੁਸ਼ਕਿਲਾਂ ਦੇ ਨਾਲ, ਬੜੀਆਂ ਕੋਸ਼ਿਸ਼ਾਂ ਦੇ ਨਾਲ ਤੇ ਬੜੀਆਂ ਮਿਹਨਤਾਂ ਦੇ ਨਾਲ ਆਇਆ ਸੀ। ਇਹ ਮਿਹਨਤਾਂ ਕਦੀ ਵੀ ਨਹੀਂ ਭੁੱਲਣੀਆਂ ਚਾਹੀਦੀਆਂ। ਜਿੱਥੇ ਅਸੀਂ ਸਾਰੀ ਜਗਤ ਦੀਆਂ ਖੁਸ਼ੀਆਂ ਮਨਾਉਂਦੇ ਹਾਂ, ਉੱਥੇ ਹਰਿਮੰਦਰ ਸਾਹਿਬ ਦੇ ਨੀਂਹ ਪੱਥਰ ਦਿਵਸ ਦੀ ਖੁਸ਼ੀ ਕਿਉਂ ਨਹੀਂ ਮਨਾਈ ਜਾਂਦੀ? ਜੀ ਬਿਆਨ ਸਿੱਧੇ ਤੌਰ ਤੇ ਜਾਵਾਂਗਾ। ਬੀਬਾ ਕਿਰਨ ਕੌਰ ਜੀ, ਮੈਂ ਤੁਹਾਡੇ ਕੋਲ ਇੱਕ ਜਿਹੜਾ ਸਵਾਲ ਇੱਥੇ ਕਰਨਾ ਚਾਹੁੰਦਾ। ਕਹਿੰਦੇ ਨੇ ਕਿ 4 ਵਰਨਾ ਕਾ ਸਾਂਝਾ ਸਾਡਾ ਪਵਿੱਤਰ ਅਸਥਾਨ ਹੈਗਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇੱਥੋਂ ਇੱਕ ਸ਼ਬਦ ਬੋਲਿਆ ਜਾਵੇ ਤਾਂ 1000 ਦਿਲਾਂ ਦੇ ਵਿੱਚ ਜੋਤ ਜਿਹੜੀ ਉਹ ਜਗ ਜਾਂਦੀ ਹੈ। ਪਰ 1000 ਜਗ੍ਹਾ ਤੇ ਉੱਤੇ ਛੋਟੇ ਛੋਟੇ ਅਸੀਂ ਪ੍ਰੋਗਰਾਮ ਕਰੀਏ ਤਾਂ ਸ਼ਾਇਦ ਉਹਦੇ ਨਾਲ ਏਡਾ ਵੱਡਾ ਉਪਰਾਲਾ ਨਹੀਂ ਹੋ ਸਕਦਾ ਤੇ ਅਸੀਂ ਇੱਕ ਆਦਮੀ ਨੂੰ ਜਿਹੜਾ ਹੈ ਚੰਗੇ ਪਾਸੇ ਨੂੰ ਲੈ ਕੇ ਜਾ ਸਕਦੇ ਹਾਂ। ਹੁਣ 432 ਵਰੇ ਬਾਅਦ ਜਿਹੜਾ ਕਰਤਾਰਪੁਰ ਸਾਹਿਬ ਦੇ ਵਿੱਚ ਪਿਛਲੇ ਸਾਲ ਪਹਿਲਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਇਹ ਨੀਂਹ ਪੱਥਰ ਦੇ ਉੱਤੇ ਜਿਹੜਾ ਇੱਕ ਖਾਸ ਤੌਰ ਤੇ ਸਮਾਗਮ ਜਿਹੜਾ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਕੀਤਾ ਜਾਂਦਾ ਹੈ। ਆਪਣੇ ਆਪ 'ਚ ਉਪਰਾਲਾ ਭਾਵੇਂ ਦੇਰ ਆਏ ਦਰੁਸਤ ਆਏ ਚੰਗਾ ਸੀ। ਇਹਦੇ ਨਾਲ ਇੱਕ ਵਧੀਆ ਜਿਹੜਾ ਲੋਕਾਂ ਨੂੰ ਪਤਾ ਲੱਗਾ ਕਿ ਪੁਰਾਣੀਆਂ ਸਾਂਝਾਂ ਸਾਡੀਆਂ ਕਿਸ ਤਰੀਕੇ ਨਾਲ ਹੈਗੀਆਂ ਨੇ। ਮੈਂ ਜ਼ਰੂਰ ਇੱਕ ਚੀਜ਼ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਉਸ ਵੇਲੇ ਸਾਈਂ ਜੀ ਨੇ ਜਿਹੜੀ ਇੱਕ ਇੱਟ ਰੱਖੀ ਸੀ, ਉਹ ਇੱਟ 2 ਕੌਮਾਂ ਦੇ ਵਿੱਚ ਇੱਕ ਬ੍ਰਿਜ ਦਾ ਕੰਮ ਅੱਜ ਵੀ ਕਰਦੀ ਹੈ, ਭਾਵੇਂ ਅਸੀਂ ਇਹਨੂੰ ਜਾਣੀਏ ਭਾਵੇਂ ਨਾ ਜਾਣੀਏ। ਤੁਹਾਨੂੰ ਕੀ ਲੱਗਦਾ ਕਿ ਜੇ ਅੱਜ ਅਸੀਂ ਉਪਰਾਲਾ ਕਰਕੇ ਇਸ ਦਿਹਾੜੇ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ਹਾਲ 'ਚ ਅਗਰ ਕਰ ਲਈਏ ਜਾਂ ਦਰਬਾਰ ਸਾਹਿਬ ਦੇ ਵਿੱਚ ਇਸ ਦਿਹਾੜੇ ਨੂੰ ਮਨਾ ਲਈਏ ਤਾਂ ਇਹਦਾ ਇੰਪੈਕਟ ਜਿਹੜਾ ਕਿਸ ਤਰੀਕੇ ਦਾ ਹੋਵੇਗਾ? ਕਿਸ ਤਰੀਕੇ ਨਾਲ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਆਲਰੇਡੀ ਇਸ ਸਾਰੇ ਕਿਸੇ ਨੂੰ ਵਿਸਾਰ ਚੁੱਕੀ ਹੋਈ ਹੈ, ਉਹ ਕਿਸ ਤਰੀਕੇ ਨਾਲ ਇਹਦੇ ਨਾਲ ਭਲੀ ਭਾਂਤ ਜਾਣੂ ਹੋ ਸਕਦੀ ਹੈ? ਬਿਆਲਾ ਜੀ, ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਜਿਹੜਾ ਸਾਈਂ ਮੀਆਂ ਮੀਰ ਦਾ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣਾ ਇੱਕ ਅਜਿਹਾ ਵਾਕਿਆ ਹੈ ਜਿਹੜਾ ਕਿ ਜਦੋਂ ਵੀ ਸਾਡੇ ਕੋਈ VIP ਆਵੇ ਔਰ ਜਦੋਂ ਉਹਨੂੰ ਇੱਕ ਗਾਈਡਡ ਟੂਰ ਦਿੱਤਾ ਜਾਂਦਾ ਹੈ ਤੇ ਬੜੇ ਅਸੀਂ ਮਾਣ ਦੇ ਨਾਲ ਇਹ ਗੱਲ ਦੱਸਦੇ ਹਾਂ ਕਿ ਸਾਡੇ ਜਿਹੜਾ ਪਾਵਨ ਸਥਾਨ ਹੈ ਉਹਦਾ ਨੀਂਹ ਪੱਥਰ ਰੱਖਣ ਵਾਲਾ ਇੱਕ ਸੂਫੀ ਮੀਆਂ ਮੀਰ ਹੈ। ਸੋ ਇਹ ਗੱਲ ਵਸਾਰੀ ਨਹੀਂ ਗਈ। ਜਿੰਨੀਆਂ ਸ਼੍ਰੋਮਣੀ ਕਮੇਟੀ ਨੇ ਦਰਬਾਰ ਸਾਹਿਬ ਦੇ ਇਤਿਹਾਸ ਦੀਆਂ ਕਿਤਾਬਾਂ ਛਾਪੀਆਂ, ਉਹਨਾਂ ਦੇ ਵਿੱਚ ਜ਼ਿਕਰ ਹੈ ਇਸ ਗੱਲ ਦਾ ਕਿ ਇਸ ਸਥਾਨ ਦਾ ਜਿਹੜਾ ਨੀਂਹ ਪੱਥਰ ਹੈ ਉਹ ਹਜ਼ਰਤ ਮੀਆਂ ਮੀਰ ਨੇ ਰੱਖਿਆ। ਸੋ ਅਸੀਂ ਇਹ ਬਿਲਕੁਲ ਭੁੱਲੇ ਨਹੀਂ। ਪਰ ਦਰਬਾਰ ਸਾਹਿਬ ਜਿੱਥੇ ਅੰਮ੍ਰਿਤਸਰ ਵਿੱਚ ਸਥਿਤ ਹੈ, ਉਹ ਨਗਰੀ ਹੈ ਜਿਹੜੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੇ ਵਸਾਈ ਹੈ। ਸੋ ਇੱਥੇ ਅੰਮ੍ਰਿਤਸਰ ਸ਼ਹਿਰ ਦਾ ਫਾਊਂਡੇਸ਼ਨ ਡੇ ਜ਼ਰੂਰ ਬਤੌਰ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੇ ਵਾਲੇ ਦਿਨ ਮਨਾਇਆ ਜਾਂਦਾ ਹੈ। ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣ ਦਾ ਦਿਨ ਤਾਂ ਨਹੀਂ ਮਨਾਇਆ ਜਾਂਦਾ, ਪਰ ਅੱਛੀ ਸਲਾਹ ਹੈ ਕਿ ਮਨਾਇਆ ਜਾ ਸਕਦਾ ਹੈ। ਮੈਨੂੰ ਲੱਗਦਾ ਇਹਦੇ ਬਾਰੇ ਕਦੀ ਵਿਚਾਰ ਨਹੀਂ ਹੋਈ ਕਿਉਂਕਿ ਅੰਮ੍ਰਿਤਸਰ ਨਾਲ ਸੰਬੰਧਿਤ ਸਿੱਖਾਂ ਦਾ ਬਹੁਤ ਇਤਿਹਾਸ ਹੈ ਔਰ ਬਹੁਤ ਸਾਰੇ ਇਤਿਹਾਸਿਕ ਦਿਨ ਹਨ ਜਿਹੜੇ ਮਨਾਏ ਜਾਂਦੇ ਨੇ। ਉਹਨਾਂ ਦੇ ਵਿੱਚ ਇਹ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਕੋਈ ਇੰਨੀ ਵੱਡੀ ਗੱਲ ਨਹੀਂ। ਜੀ ਬਿਲਕੁਲ। ਮੈਂ ਇਹਦੇ 'ਚ ਇੱਕ ਚੀਜ਼ ਹੋਰ ਜਿਹੜੀ ਸ਼ਾਮਪੁਰਾ ਜੀ ਤੁਹਾਡੇ ਕੋਲ ਪੁੱਛਦਾ, ਜਿਸ ਤਰੀਕੇ ਨਾਲ ਬੀਬੀ ਜੀ ਨੇ ਆਖਿਆ ਕਿ ਜਿਹੜਾ ਬਹੁਤ ਸਾਰਾ ਲਿਟਰੇਚਰ ਵੀ ਜਿਹੜਾ ਉਹ ਛਪਾਇਆ ਜਾਂਦਾ ਰਿਹਾ ਸਮੇਂ ਸਮੇਂ ਦੇ ਉੱਤੇ, ਲੇਕਿਨ ਜਦੋਂ ਅਸੀਂ ਕਹਿੰਦੇ ਨੇ ਕਿ ਗੂਗਲ ਬਾਬੇ ਦੇ ਘਰ ਜਾ ਕੇ ਫੋਲਾਫਾਲੀ ਕਰਦੇ ਹਾਂ ਤੇ ਸਾਨੂੰ ਇਹ ਪਤਾ ਲੱਗਦਾ ਕਿ ਜਿਹੜੀਆਂ ਪਹਿਲੀ ਵਾਰ ਕਿਤਾਬਾਂ ਦੇ ਵਿੱਚ ਜ਼ਿਕਰ ਹੁੰਦਾ ਹੈ ਉਹ ਤਕਰੀਬਨ 1924 ਤੋਂ ਜਾਂ 1927 ਦੇ ਲਾਗੇ ਚਾਗੇ ਹੁੰਦਾ ਹੈ। ਉਸ ਤੋਂ ਪਹਿਲਾਂ ਜਿਹੜੇ ਸਾਡੇ ਇਤਿਹਾਸਕਾਰ ਸਨ ਜਿਹਦੇ ਹੱਥ ਜਿਸ ਤਰੀਕੇ ਨਾਲ ਕਲਮ ਆਈ, ਉਹਨਾਂ ਨੇ ਉਸ ਤਰੀਕੇ ਨਾਲ ਉਸ ਕਲਮ ਨੂੰ ਵਰਤਿਆ। ਕਿਸ ਨੇ ਆਪਣੀ ਕੌਮ ਨੂੰ ਉੱਚਾ ਦੱਸਣ ਦੀ ਕੋਸ਼ਿਸ਼ ਕੀਤਾ, ਕਿਸੇ ਨੇ ਦੂਸਰੀ ਕੌਮ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ। ਇਹ ਸਭ ਕੁਝ ਜਿਹੜਾ ਚੱਲਦਾ ਰਿਹਾ। ਪਰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ, ਕਿਉਂਕਿ ਜੇ ਅਸੀਂ ਅੱਜ ਨੀਂਹ ਪੱਥਰ ਤੋਂ ਸ਼ੁਰੂ ਹੁੰਦੇ ਆ ਤਾਂ ਜਦੋਂ 5ਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਂਦਾ ਤੇ ਉਸ ਵੇਲੇ ਵੀ ਸਾਈਂ ਮੀਆਂ ਮੀਰ ਜੀ ਨੇ ਹੋਕਾ ਦਿੱਤਾ ਸੀ। ਉਸ ਵੇਲੇ ਵੀ ਉੱਚੀ ਆਵਾਜ਼ ਵਿੱਚ ਕਿਹਾ ਸੀ ਕਿ ਇਹ ਕਿਸ ਤਰੀਕੇ ਦਾ ਤੁਸੀਂ ਜਿਹੜਾ ਗੁਨਾਹ ਕਰ ਰਹੇ ਹੋ, ਕਿਸ ਤਰੀਕੇ ਦਾ ਪਾਪ ਕਮਾ ਰਹੇ ਹੋ। ਕਿਉਂਕਿ ਜੇ ਅਸੀਂ ਪਹਿਲੇ ਪੜਾਅ ਨੂੰ ਜੋੜਾਂਗੇ ਤੇ ਦੂਸਰੇ ਪੜਾਅ ਤੱਕ ਤਦ ਹੀ ਪਹੁੰਚਾਂਗੇ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਲਿਟਰੇਚਰ ਸਾਡੇ ਸਕੂਲ ਦੇ ਕਹਿ ਸਕਦੇ ਕਿ ਕਿਤਾਬਾਂ 'ਚੋਂ ਗੈਪ ਹੋ ਗਈ, ਉਹਨੂੰ ਜਿਸ ਤਰੀਕੇ ਨਾਲ ਕਹਿ ਸਕਦੇ ਕਿ 1924 ਜਾਂ 1927 ਦੇ ਵਿੱਚ ਜਦੋਂ ਕਿਤਾਬਾਂ ਦੇ ਵਿੱਚ ਲਿਆਂਦਾ ਗਿਆ, ਪਰ ਕੀ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਦਾ ਪ੍ਰਚਾਰ ਹੋਣਾ ਚਾਹੀਦਾ ਸੀ ਉਸ ਤਰੀਕੇ ਦਾ ਪ੍ਰਚਾਰ ਹੋਇਆ? ਬਿਲਕੁਲ ਬਿਆਲਾ ਜੀ, ਤੁਸੀਂ ਠੀਕ ਕਹਿ ਰਹੇ ਜੇ। ਮੇਰਾ ਖਿਆਲ ਚਲੋ ਸਕੂਲਾਂ ਦੇ ਵਿੱਚ ਤੇ ਜਿਸ ਤਰ੍ਹਾਂ ਲਿਟਰੇਚਰ ਦੇ ਵਿੱਚ ਜਾਂ ਸਕੂਲ ਜਿਹੜੀਆਂ ਆਪਣੇ ਸਕੂਲ ਦੇ ਵਿੱਚ ਬੁੱਕਸ ਲੱਗੀਆਂ ਉਹਦੇ ਵਿੱਚ ਜ਼ਿਕਰ ਜ਼ਰੂਰ ਹੋਏਗਾ, ਪਰ ਮੇਰੇ ਖਿਆਲ ਨਾਲ ਜੀ ਇਹ ਜਿਹੜਾ
ਇਹ ਜਿਸ ਤਰ੍ਹਾਂ ਨੀਂਹ ਪੱਥਰ ਦਿਵਸ ਪਿਛਲੇ ਸਾਲ ਸਾਈਂ ਜੀ ਨੇ ਬੜੇ ਵੱਡੇ ਉਪਰਾਲਿਆਂ ਦੇ ਨਾਲ ਉੱਥੇ ਕਰਤਾਰਪੁਰ ਸਾਹਿਬ ਰੱਖਿਆ 13 ਤਰੀਕ ਨੂੰ। ਉਸ ਤੋਂ ਬਾਅਦ 14 ਨੂੰ ਫਿਰ ਲਾਹੌਰ ਵੀ ਮਨਾਇਆ ਗਿਆ। ਉਹਦੇ ਵਿੱਚ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਔਕਾਫ ਬੋਰਡ, ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ। ਤੇ ਪਰ ਇਹ ਵੀ ਸਾਈਂ ਜੀ ਵੱਲੋਂ ਹੀ ਉਪਰਾਲਾ ਕੀਤਾ ਗਿਆ ਤੇ ਜਿਹਦੇ ਕਰਕੇ ਇਹ ਪ੍ਰੋਗਰਾਮ 432 ਸਾਲਾਂ ਬਾਅਦ ਪਾਕਿਸਤਾਨ ਦੀ ਧਰਤੀ ਤੇ ਸ੍ਰੀ ਕਰਤਾਰਪੁਰ ਸਾਹਿਬ ਮਨਾਇਆ ਗਿਆ। ਤੇ ਮੇਰੇ ਖਿਆਲ ਨਾਲ ਜੀ ਜੇ ਜਿਸ ਤਰ੍ਹਾਂ ਇੱਕ ਬੜੀ ਵੱਡੀ ਗੱਲ ਹੈ ਤੇ ਜੇ ਹਰਿਮੰਦਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਸਾਈਂ ਜੀ ਨੇ ਕਿਹਾ ਅਗਰ ਉੱਥੇ ਵੀ ਮਨਾਇਆ ਜਾਵੇ ਗੁਰਦੁਆਰਾ ਮੰਜੀ ਹਾਲ, ਤੇ ਇਹਦੇ ਨਾਲ ਦੀ ਕੋਈ ਰੀਸ ਨਹੀਂ ਜੀ। ਤੇ ਇਦਾਂ ਦੇ ਉਪਰਾਲਾ ਹੋਣਾ ਚਾਹੀਦਾ ਜੀ। ਬਿਲਕੁਲ, ਉਪਰਾਲਾ ਜਿਹੜਾ ਜ਼ਰੂਰ ਹੋਣਾ ਚਾਹੀਦਾ। ਸਾਈਂ ਜੀ, ਮੈਂ ਤੁਹਾਡੇ ਕੋਲ ਆਉਣਾ, ਮੈਨੂੰ ਜ਼ਰੂਰ ਇੱਕ ਚੀਜ਼ ਦੱਸਣ ਦੀ ਕੋਸ਼ਿਸ਼ ਕਰਿਓ। ਦੁਨੀਆ ਦੇ ਵਿੱਚ ਤੁਹਾਨੂੰ ਸਾਰੀ ਇੱਜ਼ਤ ਮਾਨ ਜਿਹੜਾ ਹਰ ਕੋਈ ਬਖਸ਼ਦਾ ਹੈ, ਸਿਰ ਝੁਕਾ ਕੇ ਅਸੀਂ ਤੁਹਾਨੂੰ ਸਜਦਾ ਵੀ ਕਰਦੇ, ਕਿਉਂਕਿ ਜਿਸ ਗੱਦੀ ਦੇ ਉੱਤੇ ਤੁਸੀਂ ਇਸ ਵੇਲੇ ਨਸ਼ੀਨ ਹੈਗੇ ਹੋ, ਉਸ ਗੱਦੀ ਤੇ ਸਾਰੀ ਉਮਰ ਅਸੀਂ ਆਪਣਾ ਰਿਣ ਜਿਹੜਾ ਉਹ ਨਹੀਂ ਦੇ ਸਕਦੇ, ਕਿਉਂਕਿ ਸਮੇਂ-ਸਮੇਂ ਦੇ ਉੱਤੇ ਤੁਸੀਂ ਸਾਡੇ ਇਸ ਪਵਿੱਤਰ ਅਸਥਾਨ ਦੀ ਨੀਂਹ ਪੱਥਰ ਵੀ ਜਿਹੜਾ ਰੱਖਿਆ ਗਿਆ ਉਹ ਤੁਹਾਡੀ ਇਸ ਗੱਦੀ ਤੋਂ ਹੁੰਦਾ ਹੈ। ਜਦੋਂ ਸਾਡੇ ਪੰਜਵੇਂ ਪਾਤਸ਼ਾਹ ਨੂੰ ਜਿਹੜਾ ਸ਼ਹੀਦ ਕੀਤਾ ਜਾਂਦਾ, ਉਸ ਵੇਲੇ ਪਹਿਲਾ ਹੋਕਾ ਜਿਹੜਾ ਇਸ ਗੱਦੀ ਦੇ ਵੱਲੋਂ ਆਉਂਦਾ ਹੈ। ਪਰ ਕਦੇ ਦਿਲ ਦੇ ਵਿੱਚ ਇਹ ਖਾਹਿਸ਼ ਹੁੰਦੀ ਹੈ ਕਿ ਜਿਸ ਜਗ੍ਹਾ ਦੇ ਉੱਤੇ ਉਹ ਪਹਿਲੀ ਇੱਟ ਰੱਖੀ ਗਈ ਸੀ, ਜਿੱਥੇ ਇਸ ਦੋਵਾਂ ਧਰਮਾਂ ਦੇ ਆਪਸੀ ਪਿਆਰ ਦੀ ਜੜ ਲਾਈ ਗਈ ਸੀ, ਉੱਥੇ ਏਡਾ ਵੱਡਾ ਸਮਾਗਮ ਹੋਵੇ ਜਿਸ ਤਰੀਕੇ ਦਾ ਪਿਛਲੇ ਸਾਲ ਕਰਤਾਰਪੁਰ ਸਾਹਿਬ ਹੋਇਆ, ਅਸੀਂ ਉੱਥੇ ਜਾਈਏ, ਉੱਥੇ ਜਾ ਕੇ ਉਸੇ ਹੀ ਪੁਰਾਣੀ ਗਲਵਕੜੀ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰੀਏ, ਉਸੇ ਨਿੱਘ ਨੂੰ ਮਾਨਣ ਦੀ ਕੋਸ਼ਿਸ਼ ਕਰੀਏ। ਕਦੇ ਇਸ ਤਰੀਕੇ ਦਾ ਦਿਲ ਦੇ ਵਿੱਚ ਫੀਲਿੰਗ ਆਈ ਨੇ? जी मुनीश प्याला साहब, सब तो पहले तो मैं आपका शुक्रिया अदा करना कि आज आप जी ने इन्ना सोहना इंटरव्यू अरेंज किया चढ़दी कला टाइम टीवी वालों। यकीनन बिल्कुल होंदा है जी, बिल्कुल होंदा है, क्योंकि जदों दा मैं सेवा संभाली और दरबार साईं मियां मीर साहब की सेवा करना शुरू होया, मेरे साईं हमेशा सेवा करते रहे। मेरे पिता जी ने हमेशा सारे मामलात कीते। ਅਸੀਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਸਦੀਆਂ ਤੋਂ ਮਨਾਉਂਦੇ ਆ ਰਹੇ ਹਾਂ, ਹਜ਼ਰਤ ਮੀਆਂ ਮੀਰ ਸਾਹਿਬ ਦੇ ਦੌਰ ਤੋਂ ਲੈ ਕੇ ਅੱਜ ਤੱਕ ਮਨਾਉਂਦੇ ਆ ਰਹੇ ਹਾਂ। ਮਗਰ ਜਦੋਂ ਮੇਰੇ ਹੱਥ ਦਰਬਾਰ ਸ਼ਰੀਫ ਦੀ ਕਮਾਂਡ ਆਈ, ਸੰਗਤ ਨੇ ਮੈਨੂੰ ਚੁਣਿਆ, ਸਾਰੇ ਮਾਮਲਾਤ ਹੋਏ ਤੇ ਮੈਂ ਇਹਨੂੰ ਵੱਡੀ ਪੱਧਰ ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ। ਔਰ ਸ਼੍ਰੀ ਕਰਤਾਰਪੁਰ ਸਾਹਿਬ 'ਚ ਅਸੀਂ ਇਹਨੂੰ ਮਨਾਇਆ ਔਰ ਮੈਂ ਰਿਕੁਐਸਟ ਕੀਤੀ ਆਪਣੇ ਪਰਮ ਮਿੱਤਰ सरदार रुपिंदर सिंह जी शामपुरा साहब नू कि आप जी उत्थों डेलीगेशन ले आओ। फिर उस दे नाल मैं होर पंथ नाल राबता करन दी कोशिश कीती। फिर उहदे नाल मैं अमृतपाल सिंह दर्दी साहब नू भी रिक्वेस्ट कीती। सारियां ने रल के एक जत्था बनाया और मैं उन्होंने मेरे को पूछा जी कि साईं जी नू जदों हरमंदर साहब बुलाया गया सी ते गुरु जी महाराज ने किन्ना जत्था भेजिया सी उन्होंने लैण वास्ते। मैं कहा जी 7100 ਦਾ 101 ਦਾ ਜੱਥਾ ਭੇਜਿਆ ਸੀ। ਤੇ ਫਿਰ ਸਰਦਾਰ ਰੁਪਿੰਦਰ ਸਿੰਘ ਜੀ ਸ਼ਾਮਪੁਰਾ ਨੇ ਕਿਹਾ ਕਿ ਅਸੀਂ ਵੀ 7100 ਹੀ ਆਵਾਂਗੇ, 101 ਆਵਾਂਗੇ। ਲਿਹਾਜ਼ਾ ਪਿਛਲੇ ਸਾਲ 13 ਮਾਰਚ ਨੂੰ ਅਸੀਂ ਇਹ ਪ੍ਰੋਗਰਾਮ 13 ਜਨਵਰੀ ਦਾ ਦਰਬਾਰ ਕਰਤਾਰਪੁਰ ਸਾਹਿਬ ਤੇ ਕੀਤਾ ਔਰ ਉਸ ਪ੍ਰੋਗਰਾਮ ਨੂੰ ਐਸੀ ਮੋਹਰ ਲਾਈ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸੀ ਸਟੈਂਪ ਲਗਾਈ ਕਿ ਉਹਨੂੰ पूरी दुनिया च कबूल किया गया, संगत ने उन्हें कबूल किया। ते ओदे नाल ही मेरा मान सत्कार करने वास्ते श्री हजूर साहब तो दस्तार आई। डॉक्टर साहब तशरीफ लियाए सन, उन्हों का नाम रुपिंदर सिंह जी शामपुरा साहब बेहतर जान डीपी सिंह चावला साहब जी, हाँ जी, डॉक्टर डीपी सिंह चावला साहब बहुत बहुत अच्छे जी, ਉਹ ਤਸ਼ਰੀਫ ਲਿਆਏ। ਉਹਨਾਂ ਨੇ ਮਾਨ ਸਤਿਕਾਰ ਕੀਤਾ ਜੀ, ਦਸਤਾਰਾ ਪੇਸ਼ ਕੀਤੀਆਂ, ਮੈਨੂੰ ਚੋਲਾ ਪਿਲਾਇਆ, ਸਾਰੇ ਮਾਮਲਾਤ ਕੀਤੇ। ਮੇਰਾ ਦਿਲ ਬਹੁਤ ਖੁਸ਼ ਹੋਇਆ, ਸਾਰੇ ਮਾਮਲਾਤ ਬਹੁਤ ਸੋਹਣੇ ਅੰਦਾਜ਼ ਨਾਲ ਕੀਤੇ ਗਏ ਔਰ ਮੈਨੂੰ ਪੰਥ ਵੱਲੋਂ ਬੜਾ ਮਾਨ ਸਤਿਕਾਰ ਦਿੱਤਾ ਗਿਆ ਤੇ ਮੇਰੀਆਂ ਅੱਖਾਂ ਨਮ ਹੋ ਗਈਆਂ ਕਿ ਉਹ ਮਾਨ ਸਤਿਕਾਰ ਜਿਹੜਾ ਹਮੇਸ਼ਾ ਹੀ ਇਹ ਗੱਦੀ ਡਿਜ਼ਰਵ ਕਰਦੀ ਹੈ, ਸਾਈਂ ਜੀ ਡਿਜ਼ਰਵ ਕਰਦੇ ਨੇ, ਸਾਈਂ ਮੀਆਂ ਮੀਰ ਸਾਹਿਬ ਡਿਜ਼ਰਵ ਕਰਦੇ ਨੇ। ਫਿਰ ਉਦੋਂ ਮੈਨੂੰ ਬੜੇ ਜੀ ਫੋਨ ਵੀ ਆਏ ਜੀ, ਕਿਉਂਕਿ ਇੱਥੇ ਗੱਲ ਕਰਨੀ ਮੈਂ ਮੁਨਾਸਿਬ ਹੀ ਸਮਝਾਂਗਾ, ਜ਼ਿਆਦਾ ਓਲਾ ਵੀ ਚੰਗਾ ਨਹੀਂ ਹੁੰਦਾ। ਉਸ ਸਮੇਂ ਦੇ ਜਿਹੜੇ ਸਕੱਤਰ ਸਨ, ਉਸ ਸਮੇਂ ਦੇ SGPC ਦੇ ਜਿਹੜੇ
ਮੈਂਬਰ ਸਨ, ਸਾਰਿਆਂ ਨੇ ਫੋਨ ਕਰਕੇ ਮੁਬਾਰਕਬਾਦ ਵੀ ਦਿੱਤੀ। ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡਾ ਪ੍ਰੋਗਰਾਮ ਰੱਖ ਦਿੱਤਾ ਹੈ ਜੀ ਮੰਜੀ ਸਾਹਿਬ ਹਾਲ ਦੇ ਅੰਦਰ, ਅਗਲੇ ਸਾਲ ਇਹਨੂੰ ਅੱਛੇ ਤਰੀਕੇ ਨਾਲ ਮਨਾਇਆ ਜਾਏਗਾ। ਮਗਰ ਹੁਣ ਸੁਣਿਆ ਕਿ ਉਹ ਲੋਕ ਨਹੀਂ ਹੈਗੇ। ਹੁਣ ਜਿਹੜੇ ਨਵੇਂ ਆਏ ਨੇ ਉਹਨਾਂ ਦੀ ਨਵੀਂ ਪਾਲਿਸੀ ਹੈ, ਮਗਰ ਫਕੀਰ ਕਦੋਂ ਤੱਕ ਦਰ ਦਰ ਜਾ ਕੇ ਸਾਰਿਆਂ ਦੇ ਅੱਗੇ ਬੇਨਤੀ ਕਰਦਾ ਫਿਰੇਗਾ। ਲਿਹਾਜ਼ਾ ਮੈਂ ਪੰਥ ਨੂੰ ਬੇਨਤੀ ਕਰਨਾ, ਮੈਂ ਪੰਥ ਨੂੰ ਚਲਾਉਣ ਵਾਲੇ ਰੱਬ ਦੇ ਅੱਗੇ ਬੇਨਤੀ ਕਰਨਾ ਹਾਂ ਕਿ ਮੇਰੀ ਬੜੀ ਖੁਆਇਸ਼ ਹੈ ਕਿ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ 1 ਮਾਘ ਨੂੰ ਮਨਾਇਆ ਜਾਇਆ ਕਰੇ ਜੀ, ਔਰ ਉਹਦੀ ਖੁਸ਼ੀਆਂ ਕੀਤੀਆਂ ਜਾ ਸਕਣ, ਔਰ ਇਸ ਫਕੀਰ ਨੂੰ ਵੀ ਯਾਦ ਰੱਖਿਆ ਜਾ ਸਕੇ। ਮੇਰੇ ਬਾਅਦ ਵੀ ਜਿਹੜੇ ਆਉਣਗੇ, ਜਿਹੜੇ ਸੇਵਾ ਕਰਨਗੇ, ਉਹਨਾਂ ਨੂੰ ਵੀ ਯਾਦ ਰੱਖਿਆ ਜਾ ਸਕੇ। ਇਹ ਪਿਆਰ, ਇਹ ਮਿੱਤਰਤਾ, ਇਹ ਅਮਨ, ਤੁਸੀਂ ਅਮਨ ਦੀਆਂ ਗੱਲਾਂ ਕਰਦੇ ਹੋ ਨਾ ਸਾਹਿਬ, ਤੁਸੀਂ ਪਿਆਰ ਦੀਆਂ ਗੱਲਾਂ ਕਰਦੇ ਹੋ, ਤੁਸੀਂ ਇੰਟਰਫੇਥ ਹਾਰਮਨੀ ਦੀਆਂ ਗੱਲਾਂ ਕਰਦੇ ਹੋ। ਜਿੰਨਾ ਵੱਡਾ ਪਿਆਰ, ਅਮਨ, ਇੰਟਰਫੇਥ ਹਾਰਮਨੀ, ਲਵ, ਲਾਈਟ ਜਿਹੜਾ ਹੈ, ਇਹ ਪੈਗਾਮ ਹੈ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਣਾ। ਉਸ ਤੋਂ ਵੱਡਾ ਇੰਟਰਫੇਥ ਹਾਰਮਨੀ ਦੀ ਮਿਸਾਲ ਪੂਰੀ ਦੁਨੀਆ 'ਚ ਕਿਧਰੇ ਨਹੀਂ ਮਿਲਦੀ। ਬਿਲਕੁਲ ਬਿਲਕੁਲ। ਬੀਬਾ ਕਿਰਨਜੋਤ ਕੌਰ ਜੀ, ਮੈਂ ਤੁਹਾਡੇ ਕੋਲ ਨਾ, ਸਾਈਂ ਜੀ ਨੇ ਜਿਸ ਤਰ੍ਹਾਂ ਆਪਣੇ ਵਿਚਾਰਾਂ ਦੇ ਵਿੱਚ ਦੱਸਿਆ ਕਿ ਪਹਿਲਿਆਂ ਨੂੰ ਬੜੀ ਮੁਸ਼ਕਲ ਮਨਾਇਆ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਪ੍ਰੋਗਰਾਮ ਨੂੰ ਉਲੀਕਾਂਗੇ। ਨਵੇਂ ਆਏ ਨੇ, ਉਹਨਾਂ ਦੀ ਪਤਾ ਨਹੀਂ ਕਿਸ ਤਰੀਕੇ ਦੀ ਵਿਉਂਤ ਹੈਗੀ ਹੈ, ਕੀ ਤਰੀਕਾ, ਕੀ ਏਜੰਡਾ ਹੈ। ਮੇਰੇ ਸਾਹਮਣੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭਾਵੇਂ ਪ੍ਰਧਾਨ ਕੋਈ ਵੀ ਆਵੇ, ਭਾਵੇਂ ਜਿੰਨੇ ਚਿਰ ਸਮੇਂ ਬਾਅਦ ਕਿਉਂ ਨਾ ਆਵੇ, ਪਰ ਏਜੰਡਾ ਇੱਕ ਹੋਣਾ ਚਾਹੀਦਾ, ਆਪਸੀ ਪਿਆਰ ਦਾ, ਆਪਸੀ ਗਲਵੱਕੜੀ ਦਾ, ਦੂਸਰੀਆਂ ਕੌਮਾਂ ਨੂੰ ਨਾਲ ਜੋੜਨ ਦਾ। ਜਦੋਂ ਕੋਈ ਬਾਹਰ ਤੋਂ ਆ ਕੇ ਜਿਹੜਾ ਸਾਨੂੰ ਆ ਕੇ ਆਪਣੇ ਤੌਰ ਤੇ ਕਹਿੰਦਾ ਕਿ ਆਪਾਂ ਨੂੰ ਇੱਕ ਸਮਾਗਮ ਕਰਨਾ ਚਾਹੀਦਾ ਹੈ, ਜਦੋਂ ਉਹਨਾਂ ਦੇ ਮਨ ਦੇ ਵਿੱਚ ਇਸ ਤਰੀਕੇ ਦਾ ਖਿਆਲ ਆਵੇ ਕਿ ਪਤਾ ਨਹੀਂ ਹੁਣ ਪੁਰਾਣੇ ਨੂੰ ਕਿੰਨੀ ਕੁ ਜਦੋਜਹਿਦ ਨਾਲ ਮਨਾਇਆ ਸੀ, ਨਵੇਂ ਨੇ ਮੰਨਣਾ ਕਿ ਨਹੀਂ ਮੰਨਣਾ, ਤੁਹਾਨੂੰ ਕੀ ਲੱਗਦਾ ਕਿ ਸਾਡੀ ਕਿੱਥੇ ਘਾਟ ਹੈ, ਪ੍ਰਬੰਧਾਂ ਦੇ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ? ਨਹੀਂ, ਇਹੋ ਜਿਹੀ ਗੱਲ ਨਹੀਂ ਹੈਗੀ ਕਿ ਅਗਰ ਪੁਰਾਣੇ ਗਏ ਬੰਦੇ ਜਿਨ੍ਹਾਂ ਦੇ ਨਾਲ ਤੁਹਾਡੀ ਗੱਲ ਹੋਈ ਨਵੇਂ ਆਏ ਤੇ ਉਹ ਸੁਣਵਾਈ ਨਹੀਂ ਕਰਨਗੇ। ਤੁਸੀਂ ਜਾਣਦੇ ਹੋ ਸ਼੍ਰੋਮਣੀ ਕਮੇਟੀ ਦਾ ਸਿਸਟਮ ਇਹੋ ਜਿਹਾ ਹੈ ਕਿ ਇੱਥੇ 1 ਸਾਲ ਵਾਸਤੇ ਡਿਊਟੀ ਮਿਲਦੀ ਹੈ। ਜਿਹੜਾ ਪ੍ਰਧਾਨ ਹੈ, ਅਹੁਦੇਦਾਰ ਹਨ, ਐਗਜ਼ੈਕਟਿਵ ਕਮੇਟੀ ਹੈ, ਉਹ ਸਾਲ ਵਾਸਤੇ ਹੁੰਦੀ ਹੈ। ਜੇ ਪਿਛਲੇ ਸਾਲਾਂ ਦੇ ਵਿੱਚ ਕੁਝ ਪ੍ਰਧਾਨ ਇਹੋ ਜਿਹੇ ਆਏ ਜਿਨ੍ਹਾਂ ਨੂੰ ਕਿ ਲੰਬਾ ਸਮਾਂ ਕੰਮ ਕਰਨ ਦਾ ਮੌਕਾ ਮਿਲਿਆ ਹੈ, ਨਹੀਂ ਤਾਂ ਕਈ ਵਾਰ ਹੁੰਦਾ 1 ਸਾਲ ਦਾ ਟਾਈਮ ਮਿਲਦਾ ਹੈ, ਉਸ ਤੋਂ ਬਾਅਦ ਦੁਬਾਰਾ ਨਵਾਂ ਪ੍ਰਧਾਨ ਆ ਜਾਂਦਾ ਹੈਗਾ। ਤਾਂ ਇਹ ਜਿਹੜੀ ਇੱਕ ਚੇਂਜ ਹੈ, ਇਹ ਤਾਂ ਸਾਡੀ ਕਮੇਟੀ ਦਾ ਇੱਕ ਹਿੱਸਾ ਹੈ, ਇਹਨੇ ਤਾਂ ਹੁੰਦੇ ਰਹਿਣਾ ਹੈ। ਪਰ ਮੈਂ ਇਹ ਮੰਨਣ ਵਿੱਚ ਮੈਨੂੰ ਕੋਈ ਮੈਨੂੰ ਲੱਗਦਾ ਮੈਨੂੰ ਮੰਨ ਲੈਣਾ ਚਾਹੀਦਾ ਹੈ ਕਿ ਸਾਡੀ ਵਰਕਿੰਗ ਦੇ ਵਿੱਚ ਇੱਕ ਜਿਹੜੀ ਕੰਸਿਸਟੈਂਸੀ ਹੋਣੀ ਚਾਹੀਦੀ ਹੈ ਕਿ ਜੋ ਪਿੱਛੇ ਫੈਸਲੇ ਲਏ ਉਹ ਅੱਗੇ ਕੰਟੀਨਿਊ ਹੋਣ। ਉਹਦੇ ਵਿੱਚ ਕਿਤੇ ਨਾ ਕਿਤੇ ਬ੍ਰੇਕ ਆ ਜਾਂਦੀ ਹੈ, ਔਰ ਬ੍ਰੇਕ ਕਮਿਊਨੀਕੇਸ਼ਨ ਗੈਪ ਕਰਕੇ ਆਉਂਦੀ ਹੈ। ਸ਼ਾਇਦ ਦਫ਼ਤਰੀ ਰਿਕਾਰਡ ਸਹੀ ਨਹੀਂ ਰੱਖਿਆ ਜਾਂਦਾ, ਅਗਲੀ ਜਿਹੜੀ ਕਮੇਟੀ ਆਉਂਦੀ ਹੈ ਉਹਨੂੰ ਇਸ ਦੀ ਜਾਣਕਾਰੀ ਨਹੀਂ ਮਿਲਦੀ। ਪਰ ਮੈਂ ਤਾਂ ਇੱਕ ਗੱਲ ਇਹ ਵੀ ਕਹਿਣਾ ਚਾਹਾਂਗੀ ਕਿ ਅਸੀਂ ਸੁਣਿਆ ਸੀ, ਹੁਣ ਇਸ ਦਾ ਸਾਨੂੰ ਪਤਾ ਨਹੀਂ ਕਿ ਵੀ ਕਿੰਨਾ ਸਹੀ ਜਾਂ ਕਿੰਨਾ ਗਲਤ ਹੈ। ਇਹ ਸੁਣਿਆ ਸੀ ਕਿ ਸਾਈਂ ਮੀਆਂ ਮੀਰ ਦੇ ਸਥਾਨ ਤੋਂ ਜਦੋਂ ਉਹ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਗਏ ਸੀ, ਉਸ ਦਿਨ ਨੂੰ ਉਹ ਉਸੇ ਤਰ੍ਹਾਂ ਹੀ ਮਨਾਉਂਦੇ ਹਨ। ਪਰ ਇਹਦੀ ਫਿਰ ਉਹੀ ਗੱਲ ਹੈ, ਸੰਪਰਕ ਨਾ ਹੋਣ ਕਰਕੇ, ਕਮਿਊਨੀਕੇਸ਼ਨ ਗੈਪ ਹੋਣ ਕਰਕੇ ਇਸ ਚੀਜ਼ ਨੂੰ ਅਸੀਂ ਤਸਦੀਕ ਨਹੀਂ ਇਹਦੀ ਕਰ ਸਕੇ, ਇਹਨੂੰ ਵੈਰੀਫਾਈ ਨਹੀਂ ਕਰ ਸਕੇ। ਪਰ ਅੱਜ ਜੇ ਸਾਈਂ ਜੀ ਇੱਥੇ ਬੈਠੇ ਤੇ ਇਹਦੇ ਬਾਰੇ ਦੱਸਣ ਕਿ ਵੀ ਜੋ ਅਸੀਂ ਸੁਣਿਆ ਵਾਕਿਆ ਸਹੀ ਹੈ, ਤੇ ਇੱਕ ਕਮਿਊਨੀਕੇਸ਼ਨ ਅਗਰ ਅਸੀਂ ਚੈਨਲ ਖੋਲਦੇ ਹਾਂ ਤੇ ਗੱਲਬਾਤ ਕਰਦੇ ਹਾਂ ਤੇ ਹਰ ਚੀਜ਼ ਸੰਭਵ ਹੈ। ਔਰ ਸਾਨੂੰ ਬਹੁਤ ਖੁਸ਼ੀ ਹੋਏਗੀ ਅਗਰ ਉਸੇ ਤਰ੍ਹਾਂ ਉਸ ਸਥਾਨ ਦੇ ਤੋਂ ਇੱਕ ਜਥਾ ਆਵੇ, ਔਰ ਅਸੀਂ ਤੁਹਾਨੂੰ ਵੈਲਕਮ ਵੀ ਕਰਾਂਗੇ। ਅਸੀਂ ਬਕਾਇਦਾ ਇਸ ਦਾ ਪ੍ਰੋਗਰਾਮ ਬਾਰੇ ਵਿਚਾਰ ਕਰ ਸਕਦੇ ਹਾਂ। ਡੈਫੀਨਿਟਲੀ। ਪਰ ਬੀਬੀ ਜੀ, ਮੈਂ ਜ਼ਰੂਰ ਤੁਹਾਡੇ ਕੋਲ ਨਾਲ ਹੀ ਇੱਕ, ਜਦੋਂ ਆਪਾਂ ਸਾਈਂ ਜੀ ਕੋ ਵੀ ਜਾਂਦੇ ਹਾਂ, ਲੇਕਿਨ ਇੱਕ ਸਵਾਲ ਜ਼ਰੂਰ ਤੁਹਾਡੇ ਕੋਲ ਕਰ ਲੈਣੇ ਕਿ ਜਿਹੜੇ ਤੁਸੀਂ ਕਹਿ ਕੇ ਇੱਕ ਲਗਾਤਾਰ ਜਿਹੜਾ ਇੱਕ ਸਿਸਟਮ ਹੋਣਾ ਚਾਹੀਦਾ, ਸਾਡੇ ਕੋਲ ਇੱਕ ਅਡਾਪਟ ਹੋਣਾ ਚਾਹੀਦਾ। ਪ੍ਰਧਾਨ ਸਾਹਿਬ ਗਏ ਨੇ, ਠੀਕ ਹੈ, ਜਿੰਨਾ ਚਿਰ ਦੀ ਵੀ ਸੇਵਾ ਮਿਲੀ ਹੈ, 6 ਮਹੀਨੇ ਦੀ ਮਿਲੀ ਹੈ, ਸਾਲ ਦੀ ਮਿਲੀ ਹੈ, 5 ਸਾਲ ਦੀ ਮਿਲੀ ਹੈ, ਲੇਕਿਨ ਇੱਕ ਜਿਹੜੀ ਚੀਜ਼ ਉਹ ਲੈ ਕੇ ਗਏ ਨੇ, ਦੂਸਰਾ ਉੱਤੇ ਆ ਕੇ ਲਕੀਰ ਨਾ ਮਾਰੇ, ਦੂਸਰਾ ਉਹਨੂੰ ਪੜ੍ਹ ਕੇ ਉਹਦੇ ਵਿੱਚ ਹੋਰ ਸੁਧਾਰ ਕਰਨ ਦੀ ਕੋਸ਼ਿਸ਼ ਕਰੇ ਕਿ ਆਪਾਂ ਹੋਰ ਇਹਨੂੰ ਕਿਸ ਤਰੀਕੇ ਨਾਲ ਈਜ਼ੀ ਕਰ ਸਕਦੇ ਹਾਂ। ਬਿਲਕੁਲ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇਸ ਤਰੀਕੇ ਦਾ ਸਿਸਟਮ ਕਰਨਾ ਚਾਹੀਦਾ? ਜੇ ਪ੍ਰਧਾਨ ਸਾਹਿਬ ਚੇਂਜ ਹੋਏ ਨੇ, ਪੂਰਾ ਅਮਲਾ ਚੇਂਜ ਹੋ ਜਾਂਦਾ ਹੈ, ਪੀਏ ਵੀ ਚੇਂਜ ਹੋ ਗਿਆ, ਸਕੱਤਰ ਵੀ ਚੇਂਜ ਹੋ ਗਿਆ, ਸਾਰਾ ਕੁਝ ਆਪਾਂ ਤਾਸ ਨਹਿਸ ਕਰ ਦਿੰਦੇ, ਫਿਰ ਆਪਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਆਪਣੇ ਆਪ 'ਚ ਰੁਕਣਾ ਨਹੀਂ ਚਾਹੀਦਾ?
ਨਹੀਂ, ਪ੍ਰੋਬਲਮ ਇਹ ਹੈ ਕਿ ਜੇ ਲਿਖਿਆ ਹੋਵੇ ਫਿਰ ਤਾਂ ਕੰਟੀਨਿਊ ਹੋ ਜਾਂਦਾ ਹੈ। ਮਸਲਾ ਇਹ ਹੈਗਾ ਕਿ ਜਿਹੜੇ ਇਹੋ ਜਿਹੇ ਫੈਸਲੇ ਕਈ ਵਾਰ ਭਾਵਨਾ ਦੇ ਵਿੱਚ ਬਹਿ ਕੇ ਲਏ ਜਾਂਦੇ ਨੇ, ਜਾਂ ਕਿਤੇ ਬੈਠੇ ਹੋਵੋ, ਗੱਲਬਾਤ ਹੁੰਦੀ ਹੈ, ਉੱਥੇ ਫੈਸਲੇ ਹੋ ਜਾਂਦੇ ਨੇ, ਔਰ ਜਦੋਂ ਲਿਖਤ ਵਿੱਚ ਨਹੀਂ ਆਉਂਦੇ ਤਾਂ ਉਹਦੀ ਕੰਟੀਨਿਊਟੀ ਨਹੀਂ ਰਹਿੰਦੀ। ਜੇ ਤਾਂ ਬਕਾਇਦਾ ਕਿਸੇ ਮੀਟਿੰਗ ਦੇ ਵਿੱਚ, ਜਿਹਦੇ ਵਿੱਚ ਕਿ ਸਾਡੇ ਅਫਸਰ ਵੀ ਵਿੱਚ ਬੈਠੇ ਹੋਣ, ਜਿਨ੍ਹਾਂ ਦੀਆਂ ਡਿਊਟੀਆਂ ਹੁੰਦੀਆਂ ਹਨ ਕਿ ਉਹ ਰਿਕਾਰਡਿੰਗ ਕਰਨ, ਉਹਦਾ ਰਿਕਾਰਡ ਰੱਖਣ, ਤੇ ਜੇ ਤਾਂ ਉਹਨਾਂ ਦੀ ਹਾਜ਼ਰੀ ਵਿੱਚ ਗੱਲ ਹੋਵੇ ਫਿਰ ਤਾਂ ਰਿਕਾਰਡ ਹੁੰਦੀ ਹੈ। ਤੇ ਜੇ ਕਈ ਵਾਰ ਹੁੰਦਾ ਹੈ ਕਿ ਪ੍ਰਧਾਨ ਸਾਹਿਬਾਨ, ਮੈਂਬਰ ਆ, ਹੁਣ ਮੈਂ ਤੁਹਾਡੇ ਨਾਲ ਇੱਕ ਕਮਿਟਮੈਂਟ ਕਰਦੇ ਹਾਂ, ਪਰ ਇਹ ਕਮਿਟਮੈਂਟ ਉੱਥੇ ਖਤਮ ਹੋ ਜਾਏਗੀ ਜਦ ਤੱਕ ਇਹ ਲਿਖਤ ਵਿੱਚ ਨਹੀਂ ਆਉਂਦੀ, ਜਦੋਂ ਤੱਕ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਦਫ਼ਤਰ ਹੈ ਉਹਦੇ ਰਿਕਾਰਡ ਦੇ ਵਿੱਚ ਗੱਲ ਨਹੀਂ ਜਾਂਦੀ। ਜਦੋਂ ਇੱਕ ਵਾਰ ਰਿਕਾਰਡ ਵਿੱਚ ਚਲੇਗੀ ਫਿਰ XYZ ਜਿਹੜਾ ਮਰਜ਼ੀ ਬੰਦਾ ਆਏ, ਫਿਰ ਉਹਦੀ ਕੰਟੀਨਿਊਟੀ ਕਾਇਮ ਰਹਿੰਦੀ ਹੈ। ਸੋ ਕਈ ਵਾਰ ਇਹ ਜਿਹੜੀ ਗੱਲਾਂ ਇਹ ਭਾਵਨਾ ਦੇ ਨਾਲ ਹੁੰਦੀਆਂ ਹਨ, ਤੇ ਉਹ ਭਾਵਨਾ ਦੇ ਨਾਲ ਕਈ ਵਾਰ ਉੱਥੇ ਹੀ ਗੱਲ ਖਤਮ ਹੋ ਜਾਂਦੀ ਹੈ। ਉਹ ਪੇਪਰ ਵਰਕ ਜਿਹੜਾ ਜਦੋਂ ਉਹ ਮਿਸਿੰਗ ਹੁੰਦਾ, ਤੇ ਦਫ਼ਤਰਾਂ ਦੇ ਕਾਰਜ ਵਿੱਚ ਫਿਰ ਤੁਹਾਨੂੰ ਪਤਾ ਪੇਪਰ ਵਰਕ ਜ਼ਰੂਰੀ ਹੁੰਦਾ ਹੈ। ਬਿਲਕੁਲ, ਪੇਪਰ ਵਰਕ ਜਿਹੜਾ ਬਹੁਤ ਜ਼ਰੂਰੀ ਹੈ। ਸਾਈਂ ਜੀ, ਤੁਸੀਂ ਕੁਝ ਜਵਾਬ ਦੇਣ ਲੱਗੇ ਸੀ ਬੀਬਾ ਜੀ ਦਾ। ਜੀ ਇਸ ਤਰ੍ਹਾਂ ਹੈ ਕਿ ਜੀ ਮੈਨੂੰ ਨਾ ਸਿਰਫ ਫੋਨ ਆਏ ਸਨ, ਬਲਕਿ ਮੈਨੂੰ ਪ੍ਰੋਪਰਲੀ ਉਹਨਾਂ ਨੇ ਆਪਣਾ ਜਿਹੜਾ ਪ੍ਰੈਸ ਨੋਟ ਜਿਹੜਾ ਸੀ ਉਹ ਮੈਨੂੰ ਭਿਜਵਾਇਆ ਸੀ ਜੀ, ਜਿਹੜਾ ਨਿਊਜ਼ਪੇਪਰ 'ਚ ਵੀ ਉਹਨਾਂ ਨੇ ਦਿੱਤਾ ਸੀ, ਉਹ ਸੰਗਤ ਨੂੰ ਖੁਸ਼ੀਆਂ ਵੀ ਦਿੱਤੀਆਂ ਸੀ। ਉਹਦੇ ਨਾਲ ਨਾਲ ਕੈਪਟਨ ਅਮਰਿੰਦਰ ਸਿੰਘ ਜੀ ਦੇ ਵੱਲੋਂ ਵੀ ਮੁਬਾਰਕਬਾਦ ਆਈ ਸੀ ਜੀ, ਉਹਨਾਂ ਨੇ ਆਪਣੇ ਨਿਊਜ਼ਪੇਪਰਸ ਦੇ ਰਾਹੀਂ ਵੀ ਦਿੱਤੀਆਂ ਸਨ ਜੀ। ਤੇ ਦੂਜਾ, ਜਿੱਥੋਂ ਤੱਕ ਸਰਦਾਰਨੀ ਕਿਰਨਜੋਤ ਕੌਰ ਸਾਹਿਬਾ ਨੇ ਕਿਹਾ ਹੈ ਕਿ ਅਸੀਂ ਆਈਏ ਇਸ ਦਿਨ ਦੇ ਮੌਕੇ 'ਚ, ਫਕੀਰ ਅੱਜ ਵੀ ਸਰ ਦੇ ਬਲ ਚੱਲਣ ਵਾਸਤੇ ਤਿਆਰ ਹੈ, ਮੇਰੇ ਨਾਲ ਅੱਜ ਵੀ ਉਸੇ ਤਰ੍ਹਾਂ ਹੀ ਸਾਈਆਂ ਦੇ ਤਰ੍ਹਾਂ ਆਪਣੇ ਮਲੰਗ ਵੀ ਚੱਲ ਕੇ ਆਉਣ ਨੂੰ ਤਿਆਰ ਨੇ, ਸਾਰੇ ਆਉਣ ਨੂੰ ਤਿਆਰ ਨੇ। ਆਪ ਮਨਾਨ ਦੀ ਕਿਰਪਾਲਤਾ ਕਰੋ, ਔਰ ਪਲੀਜ਼ ਮੇਰੇ ਇਸ ਪੈਗਾਮ ਨੂੰ ਆਪ ਜੀ ਦੀ SGPC ਦੇ ਜੋ ਵੀ ਮਾਮਲਾਤ ਨੇ, ਤੁਸੀਂ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਚਲਾ ਰਹੇ ਹੋ। ਤਾਜ਼ਾ ਇੰਟਰਨਲ ਜੋ ਵੀ ਕੁਰੈਕਸ਼ਨ ਹੋਣ ਵਾਲੀ ਹੈ, ਨਹੀਂ ਹੋਣ ਵਾਲੀ, ਮੈਨੂੰ ਉਸ ਚੀਜ਼ ਨਾਲ ਕੋਈ ਸਰੋਕਾਰ ਨਹੀਂ ਹੈ। ਮੈਂ ਆਪ ਸਭ ਦੀ ਹਰ ਚੀਜ਼ ਦੇ, ਹਰ ਉਪਰਾਲੇ ਦੀ ਤਾਰੀਫ ਕਰਨਾ, ਮਗਰ ਸਿਰਫ ਇੰਨੀ ਬੇਨਤੀ ਕਰਨਾ ਹਾਂ ਕਿ ਆਪ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਮਨਾਇਆ ਕਰੋ, ਉਹਨੂੰ ਖੁਸ਼ੀਆਂ ਦੇ ਨਾਲ ਮਨਾਇਆ ਕਰੋ। ਫਕੀਰ ਨੂੰ ਤੇ ਤੁਸੀਂ ਆਪ ਮੇਰੇ ਸਾਈ ਚੰਦ ਪੀਰ ਜੀ, ਮੇਰੇ ਜਿਹੜੇ ਫਾਦਰ ਨੇ, ਉਹਨਾਂ ਦੇ ਦੌਰ 'ਚ ਆ ਕੇ ਦੇਖ ਚੁੱਕੇ ਕਿ ਸੇਵਾ ਤੇ ਉੱਥੇ ਉਸੇ ਤਰ੍ਹਾਂ ਹੀ ਹੋ ਰਹੀ ਹੈ। ਹਰਮੰਦਰ ਸਾਹਿਬ ਦਾ ਸਥਾਪਨਾ ਦਿਵਸ ਤੇ ਦਰਬਾਰ 'ਚ ਉਸੇ ਤਰ੍ਹਾਂ ਹੀ ਮਨਾਇਆ ਜਾਂਦਾ ਹੈ, ਸਾਰੇ ਮਾਮਲਾਤ ਕੀਤੇ ਜਾਂਦੇ ਨੇ। ਮਗਰ ਮੇਰੀ ਬੇਨਤੀ ਨੂੰ ਮੰਨੋ, ਮੇਰੀ ਆਵਾਜ਼ ਬਣੋ, ਔਰ ਅਸੀਂ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ ਕਰੀਏ। ਤੇ ਜਿੱਥੋਂ ਤੱਕ ਤਾਲੁਕ ਹੈ ਗੁਰੂ ਰਾਮਦਾਸ ਜੀ ਮਹਾਰਾਜ ਨੇ, ਆਪ ਸਰਕਾਰ ਨੇ ਜਦੋਂ ਹਰਮੰਦਰ ਸਾਹਿਬ ਦਾ, ਆਪਨੇ ਜਦੋਂ ਅੰਮ੍ਰਿਤਸਰ ਸਾਹਿਬ ਸ਼ਹਿਰ ਵਸਾਉਣ ਦੀ ਗੱਲ ਕੀਤੀ ਸੀ ਨਾ ਜੀ, ਤੇ ਆਪ ਦੇ ਅਲਫਾਜ਼ ਸਨ ਕਿ ਮੈਂ ਇੱਕ ਐਸੀ ਪਵਿੱਤਰ ਸ਼ਹਿਰ ਵਸਾਉਣਾ ਚਾਹੁੰਦਾ ਹਾਂ ਜਿੱਥੇ ਮੈਂ ਰੱਬ ਦਾ ਘਰ ਬਣਾਵਾਂ। ਸੋ ਅੰਮ੍ਰਿਤਸਰ ਸਾਹਿਬ ਦੀ ਸਥਾਪਨਾ ਦੀ ਵਜ੍ਹਾ ਹੀ ਸਿਰਫ ਹਰਮੰਦਰ ਸਾਹਿਬ ਸਨ ਕਿ ਇੱਥੇ ਹਰਮੰਦਰ ਸਾਹਿਬ ਬਣਾਇਆ ਜਾਏਗਾ, ਇੱਥੇ ਰੱਬ ਦਾ ਘਰ ਬਣਾਇਆ ਜਾਏਗਾ, ਜਿਹੜੀ ਚਾਰੋਂ ਦਿਸ਼ਾਵਾਂ ਵਾਸਤੇ ਖੁੱਲਾ ਹੋਏਗਾ। ਇੱਥੇ ਅਸੀਂ ਅੱਧੀ ਉਹਨਾਂ ਦੀ ਆਈਡੀਓਲੋਜੀ ਨੂੰ ਮੰਨ ਕੇ ਸਿਰਫ ਅੰਮ੍ਰਿਤਸਰ ਦੀ ਸਥਾਪਨਾ ਦੀ ਖੁਸ਼ੀ ਮਨਾ ਲੈਂਦੇ ਹਾਂ, ਮਗਰ ਅੰਮ੍ਰਿਤਸਰ ਜਿਸ ਕਰਕੇ ਵਸਾਇਆ ਗਿਆ, ਜਿਸ ਕਰਕੇ ਉਹਨੂੰ ਸੋਚਿਆ ਗਿਆ, ਜਿਸ ਕਰਕੇ ਪਲਾਨ ਕੀਤਾ ਗਿਆ, ਉਹ ਹਰਮੰਦਰ ਸਾਹਿਬ ਉਹਦਾ ਨੀਂਹ ਪੱਥਰ ਦਿਵਸ ਤੇ ਕੋਈ ਨਹੀਂ ਮਨਾ ਰਿਹਾ। ਮਗਰ ਹੁਣ ਮੈਂ ਸਮਝਦਾ ਹਾਂ ਜਿਸ ਤਰ੍ਹਾਂ, ਜਿਸ ਪਿਆਰੇ ਅੰਦਾਜ਼ ਨਾਲ ਸਰਦਾਰਨੀ ਜੀ ਨੇ ਗੱਲ ਕੀਤੀ, ਉਮੀਦ ਹੈ ਇਸ ਗੱਲ ਨੂੰ ਅੱਗੇ ਟੋਰਨਗੇ ਔਰ ਆਪਣੇ ਨਏ ਅਜਲਾਸ ਦੇ ਅੰਦਰ ਇਸ ਗੱਲ ਨੂੰ ਸਾਹਮਣੇ ਰੱਖਣਗੇ। ਹਾਲੇ ਵੀ ਵਕਤ ਨਹੀਂ ਗੁਜ਼ਰਿਆ, ਹਾਲੇ ਵੀ ਵਕਤ ਹੈ, ਹਾਲੇ ਵੀ ਟਾਈਮ ਨਹੀਂ ਗੁਜ਼ਰਿਆ। ਫਕੀਰ ਸੁਬਹ ਚੱਲ ਕੇ ਆਉਣ ਵਾਸਤੇ ਤਿਆਰ ਹੈ। ਆਪ ਜੀ ਚਾਹੇ ਛੋਟੀ ਸਤਹ 'ਚ ਕਰੋ, ਚਾਹੇ ਵੱਡੀ ਸਤਹ 'ਚ ਕਰੋ, ਹਰਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਓ। ਸਾਈਂ ਜੀ ਬੀਬਾ ਕਿਰਨਜੀਤ ਕੌਰ ਹੋਣਾ ਦਾ ਪੂਰੀ ਦੁਨੀਆ 'ਚ ਨਾਮ ਜਿਹੜਾ ਬੜੇ ਇੱਜ਼ਤ ਦੇ ਨਾਲ ਲਿਆ ਜਾਂਦਾ ਹੈ। ਜਿਹੜੀ ਵੀ ਚੀਜ਼ ਇਹਨਾਂ ਨੂੰ ਚੰਗੀ ਨਹੀਂ ਲੱਗਦੀ, ਇਹ ਨਹੀਂ ਹੁੰਦਾ ਕਿ ਬਾਅਦ ਚ ਉਹਲੇ ਜਾ ਕੇ ਕਹਿੰਦੇ ਨੇ, ਸਾਹਮਣੇ ਇਹਨ ਕਹਿਣ ਦਾ ਮਾਇਦਾ ਰੱਖਦੇ ਨੇ। ਔਰ ਬੜੀ ਵਾਰ ਅਸੀਂ ਵੇਖਿਆ
ਜਦੋਂ ਵੀ ਇਹਨਾਂ ਨੂੰ ਲੱਗਦਾ ਕਿ ਕੁਝ ਕਿਤੇ ਖਿਲਵਾੜ ਹੋ ਰਿਹਾ, ਇਹ ਸ਼ਰੇਆਮ ਜਿਹੜਾ ਉਸ ਦਾ ਵਿਰੋਧ ਵੀ ਕਰਦੇ ਨੇ। ਤੇ ਉਮੀਦ ਕਰਦੇ ਹਾਂ ਕਿਉਂਕਿ ਅਗਰ ਇਹ ਸਾਰੀ ਗੱਲ ਜਿਹੜੀ ਬੀਬੀ ਕਰਨਜੋਤ ਕੌਰ ਜੀ ਦੇ ਕੰਨ ਦੇ ਵਿੱਚ ਪਈ ਹੈ, ਤੁਹਾਡੇ ਸਾਹਮਣੇ ਆਪਸੀ ਰੂਬਰੂ ਹੋ ਰਹੇ ਨੇ, ਤਾਂ ਜ਼ਰੂਰ ਇਹ ਗੱਲ ਨੂੰ ਜਿਹੜਾ ਸਹੀ ਜਗ੍ਹਾ ਤੇ ਵੀ ਲੈ ਕੇ ਜਾਣਗੇ। ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ ਸਾਈਂ ਜਿਹੜੇ ਨੇ ਸਿਰ ਦੇ ਬਲ ਚੱਲ ਕੇ ਆਉਣ ਨੂੰ ਤਿਆਰ ਨੇ। ਮੈਂ ਕਹਿੰਦਾ ਕਿ ਉਸ ਤਰੀਕੇ ਦਾ ਸਬੱਬ ਬਣੇ ਪੂਰੀ ਸਿੱਖ ਕੌਮ ਜਿਹੜੀ ਹੈ, ਜਿੱਥੇ ਜਿੱਥੇ ਤੁਸੀਂ ਆਪਣੇ ਪੈਰ ਰੱਖੋਗੇ ਅਸੀਂ ਆਪਣੇ ਪਲਕਾਂ ਵਿਛਾ ਕੇ ਜਿਹੜਾ ਤੁਹਾਡਾ ਸਵਾਗਤ ਕਰਾਂਗੇ, ਤਲੀਆਂ ਦੇ ਉੱਤੇ ਤੁਹਾਡੇ ਪੈਰ ਰੱਖਾਂਗੇ, ਤੁਹਾਡੇ ਪੈਰ ਨੂੰ ਜਿਹੜਾ ਜ਼ਮੀਨ ਵੀ ਜਿਹੜੀ ਟੱਚ ਨਹੀਂ ਹੋਣ ਦੇਵਾਂਗੇ। ਇਸ ਤਰੀਕੇ ਦਾ ਮਾਨ ਹੈਗਾ। ਲੇਕਿਨ ਸਾਡੀ ਪ੍ਰੋਬਲਮ ਸਭ ਤੋਂ ਵੱਡੀ ਹੈ ਕਿ ਇੱਕ ਗੈਪ ਜਿਹੜਾ ਰਿਹਾ ਹੈ, ਪਰ ਸਾਡੇ ਵੱਲੋਂ, ਸਾਡੀ ਟੀਮ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਕਿ ਨਹੀਂ, ਅਸੀਂ ਇਸ ਗੈਪ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਅਸੀਂ ਇਹਦੇ ਵਿੱਚ ਇੱਕ ਨਵਾਂ ਬ੍ਰਿਜ ਬਣਾਉਣ ਦੀ ਕੋਸ਼ਿਸ਼ ਕਰੀਏ, ਕਮਿਊਨੀਕੇਸ਼ਨ ਪੈਦਾ ਕਰਨ ਦੀ ਕੋਸ਼ਿਸ਼ ਕਰੀਏ। ਉਹ ਲੱਗਦਾ ਕਿ ਕਿਤੇ ਨਾ ਕਿਤੇ ਸਫਲ ਜਿਹੜਾ ਜ਼ਰੂਰ ਹੋਵੇਗਾ। ਬੀਬੀ ਕਿਰਨ ਕੌਰ ਜੀ, ਮੈਂ ਤੁਹਾਡੇ ਕੋਲ ਆਉਣਾ, ਮੈਨੂੰ ਇੱਕ ਸਵਾਲ ਦਾ ਜਵਾਬ ਜਿਹੜਾ ਜ਼ਰੂਰ ਦਿਓ ਕਿ ਜਿਸ ਤਰੀਕੇ ਨਾਲ ਅੱਜ ਕਿਸਾਨ ਜਿਹੜੇ ਦਿੱਲੀ ਦੇ ਦਰਵਾਜ਼ੇ ਦੇ ਉੱਤੇ ਬੈਠੇ ਹੋਏ ਨੇ, ਉੱਥੇ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅੱਜ ਜਿਹੜੇ ਤੁਹਾਡੇ ਇੱਥੇ ਲੰਗਰ ਲਾ ਰਹੇ ਨੇ ਲੋਕ ਨੇ, ਜਿਹੜੇ ਮੁਸਲਿਮ ਧਰਮ ਤੋਂ ਆਉਂਦੇ ਨੇ, ਕਿ ਇਹਨਾਂ ਨੇ ਤੇ ਤੁਹਾਡੇ ਗੁਰੂਆਂ ਪੀਰਾਂ ਨੂੰ ਜਿਹੜਾ ਸੀ ਤਸੀਹੇ ਦਿੱਤੇ ਸੀ, ਉਹਨਾਂ ਨੂੰ ਜਿਹੜਾ ਇਸ ਤਰੀਕੇ ਨਾਲ ਜਾਤਨਾਵਾਂ ਦਿੱਤੀਆਂ ਸੀ, ਤੁਸੀਂ ਇਹਨਾਂ ਦੇ ਹੱਥੋਂ ਕਿਸ ਤਰੀਕੇ ਦਾ ਲੰਗਰ ਜਿਹੜਾ ਉਹ ਛਕ ਸਕਦੇ ਹੋ। ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਕੁਝ ਲੋਕ ਨੇ ਜਿਨ੍ਹਾਂ ਨੂੰ ਇਹ ਗੱਲਾਂ ਕਰਕੇ ਮਜ਼ਾ ਆਉਂਦਾ ਜਾਂ ਪੈਸੇ ਮਿਲਦੇ ਨੇ, ਉਹ ਇਹ ਸਭ ਕੁਝ ਕਰਦੇ ਨੇ। ਤੁਹਾਨੂੰ ਕੀ ਲੱਗਦਾ ਕਿ ਸਾਨੂੰ ਕਿਸ ਤਰੀਕੇ ਨਾਲ ਸਟਰੋਂਗ ਹੋਣ ਦੀ ਲੋੜ ਹੈ? ਜਿਹੜੀਆਂ ਚੀਜ਼ਾਂ ਗਲਤ ਨੇ ਉਹ ਗਲਤ ਨੇ, ਪਰ ਸਾਰੀ ਕੌਮ ਕਦੇ ਵੀ ਗਲਤ ਨਹੀਂ ਹੋ ਸਕਦੀ। ਕੌਮ ਦੇ ਵਿੱਚ ਇੱਕ ਦੋ ਬੰਦੇ ਗਲਤ ਹੋ ਸਕਦੇ ਨੇ ਤੇ ਇਤਿਹਾਸ ਕਦੇ ਵੀ ਉਹਨਾਂ ਨੂੰ ਮਾਫ ਨਹੀਂ ਕਰਦਾ। ਪਰ ਜਿਹੜੇ ਲੋਕ ਇਸ ਤਰੀਕੇ ਦੀ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਨਫ਼ਰਤ ਈਜ਼ੀ ਵਿਕ ਜਾਂਦੀ ਹੈ, ਉਹਦਾ ਬੋਲਬਾਲਾ ਜ਼ਿਆਦਾ ਹੋ ਜਾਂਦਾ ਹੈ, ਤੁਹਾਨੂੰ ਕੀ ਲੱਗਦਾ ਕਿ ਉਸਨੂੰ ਕਾਊਂਟਰ ਕਰਨ ਦੇ ਵਾਸਤੇ ਸਾਨੂੰ ਇਸ ਤਰੀਕੇ ਦੀ ਜਿਹੜੀ ਪ੍ਰੇਮ ਮੁਹੱਬਤ ਦੀ ਗੱਲ ਹੈਗੀ ਹੈ, ਜਿਹੜੀ ਸਾਂਝ ਦੀ ਗੱਲ ਹੈਗੀ ਹੈ, ਉਸ ਨੂੰ ਹੋਰ ਸੁਚਾਰੂ ਤਰੀਕੇ ਨਾਲ ਰੱਖਣ ਵਾਸਤੇ ਕਿਸ ਤਰੀਕੇ ਨਾਲ ਅੱਗੇ ਵਧਣ ਦੀ ਲੋੜ ਹੈ? ਕੁਝ ਇਹ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਨੂੰ ਨੁਕਸਾਨ ਪਹੁੰਚਾਉਣ ਵਾਲੇ ਮੁਸਲਮਾਨ ਸੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਾਉਣ ਵਾਲੇ ਗੰਗੂ ਬ੍ਰਾਹਮਣ ਨੂੰ ਅਸੀਂ ਕਿਵੇਂ ਭੁੱਲ ਸਕਦੇ ਆ? ਉਹਨੂੰ ਚੰਦੂ ਨੂੰ ਕਿਵੇਂ ਭੁੱਲ ਸਕਦੇ ਆ, ਜਿਹੜਾ ਕਿ ਜਦੋਂ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤੇ ਬੈਠੇ ਹੈਗੇ ਤੇ ਉਹ ਵੀ ਵਿੱਚ ਇੱਕ ਕਾਰਨ ਸੀ। ਸੋ ਇਹਨੂੰ ਇਤਿਹਾਸ ਨੂੰ ਹਿੰਦੂ ਮੁਸਲਿਮ ਤੋਲਣਾ ਬਿਲਕੁਲ ਗਲਤ ਹੈ, ਕਿਉਂਕਿ ਸਿੱਖੀ ਦੇ ਵਿੱਚ ਸਿੱਖ ਉਹ ਬਣੇ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਫਿਲਾਸਫੀ, ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਪਸੰਦ ਆਈ, ਜਿਨ੍ਹਾਂ ਨੂੰ ਲੱਗਿਆ ਕਿ ਇਹ ਸੱਚ ਦੀ ਆਵਾਜ਼ ਉਹਨਾਂ ਦੇ ਦਿਲ ਨੂੰ ਛੂ ਰਹੀ ਹੈ। ਕਿਉਂਕਿ ਗੁਰਬਾਣੀ ਦੇ ਵਿੱਚ ਰੂਹਾਨੀਅਤ ਦੀ ਗੱਲ ਹੈ, ਗੁਰਬਾਣੀ ਦੇ ਵਿੱਚ ਸਾਂਝੀਵਾਲਤਾ ਦੀ ਗੱਲ ਹੈ। ਸਭੇ ਸਾਂਝੀਵਾਲ ਦਿਸੇ ਕੋਈ ਨਾ ਦਿਸੇ ਬਾਹਰਾ ਜੀਓ। ਗੁਰਬਾਣੀ ਦੇ ਵਿੱਚ ਜਿੱਥੇ ਇੱਕ ਸਪਿਰਿਚੁਅਲਿਟੀ ਦੀ ਗੱਲ ਹੈ, ਸਾਡੇ ਇਤਿਹਾਸ ਦੇ ਵਿੱਚ ਬੜਾ ਕੁਛ ਹੈ। ਇਤਿਹਾਸ ਦੇ ਵਿੱਚ ਵੀ ਅਸੀਂ ਇੱਕ ਵਿਸ਼ੇਸ਼ ਧਰਮ ਨੂੰ ਨਾਲ ਲੈ ਕੇ ਉਹਨੂੰ ਇੱਕ ਮੁਜਰਿਮ ਨਹੀਂ ਥਾਪ ਸਕਦੇ। ਇਹ ਵਿਅਕਤੀ ਹਨ, ਇਹ ਉਸੇ ਧਰਮ ਦੇ ਵਿਅਕਤੀ ਹਨ ਜਿਨ੍ਹਾਂ ਸਾਥ ਦਿੱਤਾ, ਉਸੇ ਧਰਮ ਦੇ ਵਿਅਕਤੀ ਹਨ ਜਿਨ੍ਹਾਂ ਧੋਖਾ ਵੀ ਦਿੱਤਾ ਤੇ ਜਿਨ੍ਹਾਂ ਨੇ ਜ਼ੁਲਮ ਵੀ ਢਾਏ। ਸੋ ਇਸ ਕਿਸਮ ਦੀ ਜਿਹੜਾ ਇੱਕ ਨੈਰੇਟਿਵ ਖੜਾ ਕੀਤਾ ਜਾਂਦਾ ਹੈ, ਇਹ ਆਪਸ ਦੇ ਵਿੱਚ ਸਿਰਫ ਇੱਕ ਕਮਿਊਨਲਿਜ਼ਮ ਵਧਾਉਂਦਾ ਹੈ, ਨੁਕਸਾਨ ਕਰਦਾ ਹੈਗਾ। ਔਰ ਸਾਨੂੰ ਇਸ ਕਿਸਮ ਦੇ ਨੈਰੇਟਿਵ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਬਿਲਕੁਲ, ਉਹ ਨੈਰੇਟਿਵ ਨੂੰ ਅਸੀਂ ਤਦ ਹੀ ਰੋਕ ਪਾਵਾਂਗੇ ਜੀ ਜੀ ਉਸ ਨੈਰੇਟਿਵ ਨੂੰ ਅਸੀਂ ਤਦ ਹੀ ਰੋਕ ਪਾਵਾਂਗੇ ਅਗਰ ਅਸੀਂ ਉਸ ਜਗ੍ਹਾ ਨੂੰ ਜਿਹੜਾ ਬਲੈਂਕ ਨਾ ਛੱਡਾਂਗੇ, ਉਹਦੇ ਨੂੰ ਫਿਲ ਅਪ ਕਰਕੇ ਜਿਹੜਾ ਜ਼ਰੂਰ ਰੱਖਾਂਗੇ। ਸ਼ਾਮਪੁਰਾ ਜੀ, ਮੈਂ ਜ਼ਰੂਰ ਤੁਹਾਡੇ ਕੋਲ ਕਹਿੰਦਾ ਕਿ ਜਿਹੜੇ ਦਿਨ ਦੀ ਹੁਣ ਗੱਲ ਕੀਤੀ ਜਾ ਰਹੀ ਹੈ ਸੈਲੀਬ੍ਰੇਟ ਕਰਨ ਵਾਸਤੇ, ਬਹੁਤ ਨੇੜੇ ਹੈ, ਕੋਈ ਜ਼ਿਆਦਾ ਵੱਡਾ ਕੋਈ ਗੈਪ ਨਹੀਂ ਹੈਗਾ। ਪ੍ਰਬੰਧਾਂ ਨੂੰ ਵੀ ਟਾਈਮ ਲੱਗ ਸਕਦਾ ਹੈ, ਉਹਦੇ ਲਈ ਇੰਤਜ਼ਾਮ ਕਰਨੇ ਵੀ ਜਿਹੜੇ ਨੇ ਉਹ ਕਈ ਵਾਰੀ ਹੁੰਦਾ ਕਿ ਮੁਸ਼ਕਲ ਹੋ ਸਕਦੇ ਨੇ। ਕੋਵਿਡ-19 ਦਾ ਮਾਹੌਲ ਹੈਗਾ, ਕਈ ਜਿਹੜੀਆਂ ਮੁਸ਼ਕਲਾਂ ਉਹਦੇ 'ਚ ਆ ਸਕਦੀਆਂ ਨੇ। ਤੁਸੀਂ ਆਪਣੇ ਤੌਰ ਤੇ, ਕਿਉਂਕਿ ਹੁਣ ਤੁਸੀਂ ਪ੍ਰੈਜ਼ੀਡੈਂਟ ਵੀ ਹੈਗੇ ਹੋ, ਤਾਂ ਪ੍ਰੈਜ਼ੀਡੈਂਟ ਜਿਹੜਾ ਇਸ ਤਰ੍ਹਾਂ ਆਪਣੇ ਆਪ ਨੂੰ ਤੇ ਇਹ ਕਹਿ ਨਹੀਂ ਸਕਦਾ ਕਿ ਅਸੀਂ ਭਾਈ ਇੰਤਜ਼ਾਮ ਕਰਨੋਂ ਜਿਹੜਾ ਪਾਸੇ ਰਹਿ ਗਏ ਹਾਂ, ਜਦੋਂ ਚਾਹੇ ਤੇ ਹੁਣ ਤੁਹਾਨੂੰ ਕਰਨੀ ਪੈਣੀ ਹੈ। ਪ੍ਰੈਜ਼ੀਡੈਂਟ ਜਿਹੜਾ ਉਹ 1.25 ਲੱਖ ਦੇ ਬਰਾਬਰ ਹੋ ਕੇ ਹੁਣ ਕਿਉਂਕਿ ਖਾਲਸਾ ਖੜਾ ਹੋਵੇਗਾ। ਕੀ ਤੁਸੀਂ ਆਪਣੇ ਵੱਲੋਂ ਇੰਤਜ਼ਾਮ ਕਰਨ ਜਾ ਰਹੇ ਹੋ? ਕਿਸ ਤਰੀਕੇ ਨਾਲ ਤੁਸੀਂ ਜਿਹੜੇ ਪ੍ਰਬੰਧ ਕਰਨ ਜਾ ਰਹੇ ਹੋ ਤਾਂ ਜੋ ਇਹ ਦਿਖਾੜਾ ਜਿਹੜਾ ਉਹ ਖਾਲੀ ਨਾ ਜਾਵੇ? ਹਾਂਜੀ ਬਿਆਲਾ ਜੀ, ਬਹੁਤ ਵਧੀਆ ਸਵਾਲ ਤੁਸੀਂ ਕੀਤਾ। ਇੱਥੇ ਮੈਂ ਤਾਂ ਖਾਸ ਜ਼ਿਕਰ ਕਰਨਾ ਚਾਹਾਂਗਾ, ਜਿਹੜਾ ਪਿਛਲੇ ਸਾਲ ਆਪਾਂ ਪ੍ਰੋਗਰਾਮ ਕੀਤਾ ਜੀ, ਉੱਥੇ ਕਰਤਾਰਪੁਰ ਸਾਹਿਬ ਗਏ ਹਾਂ ਤੇ ਉਹਦੇ ਵਿੱਚ ਬੋਰਡ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਾ ਬਹੁਤ ਵੱਡਾ ਸਾਨੂੰ ਸਹਿਯੋਗ ਮਿਲਿਆ। ਸਰਦਾਰ ਭੁਪਿੰਦਰ ਸਿੰਘ ਮਨਾਜ
ਪ੍ਰੈਜ਼ੀਡੈਂਟ ਨੇ ਉੱਥੋਂ ਦੇ, ਤੇ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ, ਉਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਉੱਥੋਂ। ਬਕਾਇਦਾ ਜਿਸ ਤਰ੍ਹਾਂ ਸਾਈਂ ਜੀ ਨੇ ਦੱਸਿਆ, ਜਿਸ ਤਰ੍ਹਾਂ ਕੋਈ ਵੀ ਵੱਡੀ ਸ਼ਖਸੀਅਤ ਜਾਂਦੀ ਹੈ ਤੇ ਉੱਥੇ ਤਖਤ ਸਾਹਿਬ, ਚੋਲਾ, ਦਮਾਲਾ, ਦਸਤਾਰ, ਸਾਰਾ ਨਾਲ ਸ੍ਰੀ ਸਾਹਿਬ, ਲੋਈ, ਉਹ ਸਾਰਾ ਕੁਛ ਉਹਨਾਂ ਨੇ ਜਿੱਦਾਂ ਉੱਥੇ ਸਨਮਾਨ ਕਰਦੇ ਨੇ, ਉਹ ਸੁਪਰਡੈਂਟ ਸਾਹਿਬ ਨੂੰ, ਸਰਦਾਰ ਡੀਪੀ ਸਿੰਘ ਜੀ ਨੂੰ ਭੇਜਿਆ। ਇਸੇ ਤਰ੍ਹਾਂ ਜਿਹੜੀ ਪਟਨਾ ਸਾਹਿਬ ਦੀ ਕਮੇਟੀ ਹੈ, ਉਹਨਾਂ ਨੇ ਵੀ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ। ਉੱਥੋਂ ਵੀ ਉਦੋਂ ਆਪਣਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਾਧੂ ਭੁਪਿੰਦਰ ਸਿੰਘ ਜੀ, ਉਹ ਆਏ। ਫਿਰ ਆਪਣਾ ਜਿਹੜੇ ਸਿੰਘ ਸਾਹਿਬ ਜਥੇਦਾਰ ਇਕਬਾਲ ਸਿੰਘ ਜੀ, ਪਟਨਾ ਸਾਹਿਬ ਦੇ ਜਥੇਦਾਰ, ਉਹ ਸਾਡੇ ਨਾਲ ਗਏ ਜੀ। ਇਸ ਤਰ੍ਹਾਂ ਹੀ ਖਾਲਸਾ ਏਡ ਤੋਂ ਨੈਕਸਟ ਟੂ ਸਰਦਾਰ ਰਵੀ ਸਿੰਘ ਜੀ, ਸਰਦਾਰ ਅਮਰਪ੍ਰੀਤ ਸਿੰਘ ਜੀ ਮੇਰੇ ਛੋਟੇ ਵੀਰ ਪਟਿਆਲੇ ਤੋਂ, ਉਹ ਸਾਰੇ ਪਰਿਵਾਰ ਸਮੇਤ ਗਏ। ਸਰਦਾਰ ਭਗਵਾਨ ਸਿੰਘ ਜੀ ਜੌਹਲ ਸਾਹਿਬ, ਬੜਾ ਵੱਡਾ ਉਹਨਾਂ ਦਾ ਨਾਮ ਹੈ। ਸਭ ਤੋਂ ਵੱਡਾ ਯੋਗਦਾਨ ਜੀ ਸਰਦਾਰ ਆਪਣਾ ਭਾਜੀ ਹਰਪ੍ਰੀਤ ਸਿੰਘ ਦਰਦੀ ਜੀ, ਵੱਡੇ ਦਰਦੀ ਸਾਹਿਬ ਨੇ, ਚੜ੍ਹਦੀ ਕਲਾ ਟਾਈਮ TV ਵੱਲੋਂ ਬਹੁਤ ਵੱਡਾ ਯੋਗਦਾਨ ਸਾਨੂੰ ਮਿਲਿਆ। ਸਰਦਾਰ ਅੰਮ੍ਰਿਤਪਾਲ ਸਿੰਘ ਜੀ ਦਰਦੀ ਸਾਹਿਬ ਨਾਲ ਗਏ, ਤੇ ਇੱਦਾਂ ਬਹੁਤ ਵੱਡਾ ਯੋਗਦਾਨ ਮਿਲਿਆ। ਤੇ ਜਿਸ ਤਰ੍ਹਾਂ ਹੁਣ SGPC ਵੱਲੋਂ, ਹਾਂਜੀ ਖਾਲਸਾ ਏਡ ਵਾਲੇ ਸਰਦਾਰ ਅਮਰਪ੍ਰੀਤ ਸਿੰਘ ਜੀ, ਉਹਨਾਂ ਵੱਲੋਂ ਵੀ। ਤੇ ਦਿੱਲੀ ਕਮੇਟੀ ਵਾਲਿਆਂ ਨਾਲ ਅਸੀਂ ਸੰਪਰਕ ਨਹੀਂ ਕਰ ਸਕੇ। ਬਾਅਦ ਜਦੋਂ ਪ੍ਰੋਗਰਾਮ ਹੋ ਗਿਆ ਜੀ, ਉਹਨਾਂ ਦੇ ਵੀ ਬਾਅਦ 'ਚ ਫੋਨ ਆਏ ਕਿ ਤੁਸੀਂ ਸਾਨੂੰ ਦੱਸਿਆ ਨਹੀਂ, ਅੱਗੇ ਤੋਂ ਜਦੋਂ ਵੀ ਪ੍ਰੋਗਰਾਮ ਕਰਨਾ ਤੇ ਜਿੰਨੀ ਵੀ ਸਾਡੇ ਤੋਂ ਵੱਧ ਸਹਿਯੋਗ ਜਿਹੜਾ ਵੀ ਚਾਹੋਗੇ ਅਸੀਂ ਤੁਹਾਨੂੰ ਦਿਆਂਗੇ, ਤੁਹਾਡੇ ਨਾਲ ਵੀ ਚੱਲਾਂਗੇ। ਤੇ ਉਹਨਾਂ ਕੋਲੋਂ ਅਸੀਂ ਮਾਫੀ ਮੰਗੀ ਕਿ ਅਸੀਂ ਤੁਹਾਡੇ ਨਾਲ ਸੰਪਰਕ ਨਹੀਂ ਕਰ ਸਕੇ। ਤੇ ਬਾਕੀ ਜਿਹੜਾ SGPC ਦਾ, ਉਹਨਾਂ ਦੇ ਚਰਨਾਂ 'ਚ ਹੁਣ ਭੈਣ ਜੀ ਕੋਲ ਵੀ ਅਸੀਂ ਬੇਨਤੀ ਕੀਤੀ ਹੈ, ਉਹ ਸਾਡੇ ਤੇ ਮਿਹਰ ਦੀ ਨਜ਼ਰ ਰੱਖਣ। ਪਿਛਲੀ ਵਾਰੀ ਵੀ ਸਕੱਤਰ ਸਾਹਿਬ ਨੂੰ ਬੇਨਤੀ ਕੀਤੀ ਜੀ ਕਿ ਜੇ ਹਰਿਮੰਦਰ ਸਾਹਿਬ ਤੋਂ ਉੱਤੇ ਕੋਈ ਵੀ ਕੀਰਤਨੀ ਜਥੇ ਨਹੀਂ ਹੈਗੇ, ਉੱਥੋਂ ਦੇ ਕਥਾਵਾਚਕ, ਤੇ ਹੋਰ ਵੀ ਅਸੀਂ ਸ਼ਖਸੀਅਤਾਂ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਚੱਲੋ, ਪਰ ਕੋਈ ਗੁਰੂ ਸਾਹਿਬ ਦੀ ਕੋਈ ਨਜ਼ਰ ਸਾਡੇ ਤੇ ਸਵੱਲੀ ਨਹੀਂ ਸੀ, ਤੇ ਉਹਨਾਂ ਨੇ ਕੋਈ ਕੀਰਤਨੀ ਜਥਾ ਜਾਂ ਕਥਾਵਾਚਕ ਨਹੀਂ ਦਿੱਤਾ ਜੀ। ਫਿਰ ਅਸੀਂ ਆਪਣੇ ਵੱਲੋਂ ਹੀ ਅਰੇਂਜ ਕਰਕੇ ਤੇ ਉੱਥੇ ਗਏ। ਪਰ ਹੁਣ ਜਿਸ ਤਰ੍ਹਾਂ ਭੈਣ ਜੀ ਨੇ ਕਿਹਾ, ਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ SGPC ਵੀ, ਇਹ ਮਤਲਬ ਹੈ ਤੇ ਜੀ ਸਾਰਾ ਇਹ ਐਡੀ ਵੱਡੀ ਸੰਸਥਾ, ਤੇ ਬਣਦਾ ਤੇ ਉਹਨਾਂ ਦਾ ਹੀ ਹੈ ਜੀ। ਉਹ ਅੱਗੇ ਲੱਗਣ, ਅਸੀਂ ਉਹਨਾਂ ਦੇ ਮਗਰ ਤੁਰ ਪਈਏ, ਤੇ ਇਹਦੇ ਨਾਲ ਦੀ ਕੋਈ ਰੀਸ ਨਹੀਂ। ਬਾਕੀ ਜਿਹੜਾ ਤੁਸੀਂ ਪੁੱਛਿਆ ਜੀ, ਐਰਕੀ ਵੀ ਅਸੀਂ ਇਹ ਪ੍ਰੋਗਰਾਮ ਇੱਥੇ ਰੱਖੇ ਜੀ, ਫੋਰਵਰਡ ਭਾਵੇਂ ਚੱਲ ਰਿਹਾ, ਪਰ ਉਹਦੀਆਂ ਗਾਈਡਲਾਈਨਸ ਤੇ ਚੱਲਦਿਆਂ ਹੋਇਆਂ ਇੱਥੇ ਵੱਡੇ ਸਮਾਗਮ ਐਰਕੀ ਇੱਥੇ ਬਟਾਲੇ ਹੀ ਫਿਰ ਰੱਖ ਲਏ ਨੇ ਜੀ। ਤੇ ਉਹਦੇ ਵਿੱਚ ਜਿਹੜੀਆਂ ਕੋਈ ਮਹਾਰਾਜ ਦੀ ਕਿਰਪਾ ਨਾਲ ਸ਼ਖਸੀਅਤਾਂ ਪਹੁੰਚਣਗੀਆਂ, ਉਹ ਸੰਗਤਾਂ ਨੂੰ ਸੰਦੇਸ਼ ਵੀ ਦੇਣਗੀਆਂ, ਜਿੱਦਾਂ ਦਾ ਵੀ ਪ੍ਰਸ਼ਾਸਨ ਵੱਲੋਂ ਹੁਕਮ ਹੋਏਗਾ ਉਸ ਹਿਸਾਬ ਨਾਲ ਉੱਦਾਂ ਦਾ ਫਿਰ ਪ੍ਰੋਗਰਾਮ ਕਰਾਂਗੇ ਜੀ। ਤੇ ਸਾਰੇ ਜਿਹੜੇ ਪਿਛਲੇ ਸਾਲ ਵੀ ਸੱਜਣ ਮਿੱਤਰ ਸਾਰੇ ਨਾਲ ਗਏ ਸੀ, ਸ਼ਖਸੀਅਤਾਂ ਗਈਆਂ, ਉਹਨਾਂ ਦੇ ਵੀ ਫੋਨ ਆਏ ਨੇ, ਉਹਨਾਂ ਨੂੰ ਵੀ ਅਸੀਂ ਬੁਲਾਵਾਂਗੇ, ਉਹਨਾਂ ਦੇ ਵੀ ਚਰਨ ਪਰਸਾਂਗੇ। ਮੈਨੂੰ ਹੁਣ ਤੱਕ ਜਿੰਨਾ ਵੀ ਮੈਂ ਸੁਣਿਆ, ਮੈਨੂੰ ਇਹ ਲੱਗਦਾ ਕਿ ਅਜੇ ਵੀ ਜਿਹੜਾ ਕਮਿਊਨੀਕੇਸ਼ਨ ਗੈਪ ਜਿਹੜਾ ਉਸੇ ਤਰੀਕੇ ਨਾਲ ਬਰਕਰਾਰ ਹੈ ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਕੋਈ ਵੀ ਹਜੇ ਤੱਕ ਪਤਾ ਨਹੀਂ ਹੈਗਾ ਵੀ ਜਿਹੜੀ ਗੰਢ ਕਿਹਦੇ ਹੱਥ ਹੈਗੀ ਹੈ, ਕਿੱਧਰ ਨੂੰ ਆਪਾਂ ਜਾਣਾ ਹੈ, ਕਿੰਨੇ ਸਾਨੂੰ ਜਿਹੜਾ ਰੋਸ਼ਨੀ ਦਿਖਾਉਣੀ ਹੈ, ਕਿੰਨੇ ਸਾਨੂੰ ਜਿਹੜਾ ਉਲਝਾ ਕੇ ਰੱਖਣਾ। ਸਿਸਟਮ ਸਾਰਾ ਉਹੀ ਕੁਛ ਹੈਗਾ। ਸਰਦਾਰ ਹਰਪ੍ਰੀਤ ਸਿੰਘ ਦਰਦੀ ਸਾਡੇ ਨਾਲ ਹੈਗੇ ਨੇ। ਦਰਦੀ ਸਾਹਿਬ, ਆਪਣਾ ਬਿਆਲਾ ਜੀ, ਕਿਉਂ ਆਪਾਂ ਇੱਕ ਉਪਰਾਲਾ ਨਹੀਂ ਕਰਦੇ, ਇੱਕ ਸ਼ਾਂਪਰ ਸਾਹਿਬ, ਕਿਉਂ ਆਪਾਂ ਇੱਕ ਉਪਰਾਲਾ ਨਹੀਂ ਕਰਦੇ ਕਿ ਅਸੀਂ ਜਿਹੜਾ ਤਿੰਨੇ ਜਗ੍ਹਾ ਤੋਂ ਉੱਤੋਂ ਆਪਾਂ ਲਾਈਵ ਕਰੀਏ, ਤਿੰਨਾਂ ਜਗ੍ਹਾ ਤੋਂ ਉੱਤੋਂ ਲਾਈਵ ਜਾ ਕੇ ਆਪਾਂ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕਰੀਏ, ਸੰਗਤਾਂ ਨੂੰ ਦੁਨੀਆ ਭਰ ਦੇ ਨੂੰ ਜੋੜਨ ਦੀ ਕੋਸ਼ਿਸ਼ ਕਰੀਏ, ਤੇ ਉਹਨਾਂ ਨੂੰ ਇੱਕ ਵਾਰੀ ਆਪਾਂ ਇਹ ਦੱਸੀਏ, ਸਮਝਾਈਏ ਕਿ ਕਿਸ ਤਰੀਕੇ ਦਾ ਦਿਹਾੜਾ ਹੈਗਾ। ਕਿਉਂਕਿ ਲੋਕ ਰੋਹ ਦੇ ਅੱਗੇ ਹਰ ਕੋਈ ਝੁਕ ਜਾਂਦਾ ਹੈ। ਜਿਨ੍ਹਾਂ ਨੂੰ ਅਜੇ ਤੱਕ ਇਸ ਦਿਹਾੜੇ ਦੀ ਅਸਲ ਕੀਮਤ ਦਾ ਨਹੀਂ ਪਤਾ ਹੈਗਾ, ਜਾਂ ਜੇ ਸਮਝ ਨਹੀਂ ਆਈ, ਉਹਨਾਂ ਨੂੰ ਵੀ ਪਤਾ ਲੱਗੇ। ਜਦੋਂ ਸੰਗਤ ਉਹਨਾਂ ਨੂੰ ਕਵੇ ਕਿ ਇਹਨੂੰ ਜਿਹੜਾ ਆਪਾਂ ਪੱਕੇ ਤੌਰ ਤੇ ਪ੍ਰਬੰਧ ਕਰਕੇ ਜਿਹੜਾ ਮਨਾਉਣਾ ਹੈ, ਤਾਂ ਉਸ ਤੋਂ ਬਾਅਦ ਹੀ ਸਭ ਕੁਝ ਠੀਕ ਹੋਵੇਗਾ। ਤੁਹਾਨੂੰ ਕੀ ਲੱਗਦਾ ਦਰਜੀ ਸਾਹਿਬ, ਆਪਾਂ ਨੂੰ ਇਸ ਤਰੀਕੇ ਨਾਲ ਆਪਾਂ ਇਸ ਵਾਰ ਕਿਉਂ ਨਾ ਪ੍ਰੋਗਰਾਮ ਕਰੀਏ ਕਿ ਆਪਾਂ ਤਿੰਨੇ ਜਗ੍ਹਾ ਤੋਂ, ਪਾਕਿਸਤਾਨ, ਬਟਾਲਾ ਅਤੇ ਅੰਮ੍ਰਿਤਸਰ ਤੋਂ ਲਾਈਵ ਕਰੀਏ ਇਸ ਪ੍ਰੋਗਰਾਮ ਨੂੰ, ਸੰਗਤਾਂ ਦੇ ਜਜ਼ਬਾਤ ਜਾਣਨ ਦੀ ਕੋਸ਼ਿਸ਼ ਕਰੀਏ, ਬੱਚਿਆਂ ਕੋਲ ਸਵਾਲ ਪੁੱਛੀਏ, ਤੇ ਉਸ ਤੋਂ ਬਾਅਦ ਫਿਰ ਆਪਾਂ ਵੇਖਦੇ ਹਾਂ ਕਿ ਕੀ ਬਣਦਾ। ਬਿਆਲਾ ਜੀ, ਤੁਸੀਂ ਮੇਰੇ ਦਿਲ ਦੀ ਗੱਲ ਕਰਤੀ ਹੈ। ਅਸੀਂ ਆਲਰੇਡੀ ਜਿਹੜਾ ਹੈ ਇਸ ਉੱਤੇ ਕੰਮ ਕਰ ਰਹੇ ਹਾਂ ਜੀ। ਇਹਦੇ ਵਿੱਚ ਮੇਰੇ ਨਾਲ ਜਿੱਥੇ ਸਰਦਾਰ ਰੁਪਿੰਦਰ ਸਿੰਘ ਸ਼ਾਮਪੁਰਾ ਜੀ,
ਸਾਈਂ ਅਲੀ ਰਜ਼ਾ ਕਾਦਰੀ ਜੀ ਸਹਿਯੋਗ ਦੇ ਰਹੇ ਨੇ। ਅਸੀਂ ਪਹਿਲੇ ਹੀ ਇਸ ਉੱਤੇ ਵਿਚਾਰ ਕਰ ਰਹੇ ਹਾਂ। ਇੱਕ ਹੋਰ ਕੰਮ ਵੀ ਇਸ ਦੇ ਵਿੱਚ ਕਰ ਰਹੇ ਹਾਂ ਜੀ, ਅਸੀਂ ਦਿੱਲੀ ਸਿੰਘੂ ਬਾਰਡਰ ਤੋਂ ਵੀ ਨਾਲ ਸਾਡੇ ਜਿਹੜੇ ਕੁਝ ਸਾਥੀ ਨੇ, ਜਿਨ੍ਹਾਂ 'ਚ ਭਾਈ ਸਾਹਿਬ ਭਾਈ ਬਰਜਿੰਦਰ ਸਿੰਘ ਜੀ ਦਮਦਮੀ ਟਕਸਾਲ ਰਾਜਪੁਰਾ ਜਥੇ ਦੇ, ਉਹਨਾਂ ਨੇ ਉੱਥੇ ਸੇਵਾ ਦਾ ਲੰਗਰ ਵੀ ਲਾਇਆ ਹੋਇਆ, ਸਭ ਕਰ ਰਹੇ ਨੇ। ਉਹ ਵੀ ਨਾਲ ਸਾਨੂੰ ਸਹਿਯੋਗ ਦੇ ਰਹੇ ਨੇ ਵੀ ਅਸੀਂ ਜਿੱਥੇ ਸਾਈਂ ਮੀਆਂ ਮੀਰ ਜੀ ਅਤੇ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਸਾਰਿਆਂ ਦੇ ਨਾਲ ਜਿਹੜੀ ਸਾਂਝੀ ਵਾਲਤਾ ਸੀ, ਜੋ ਪਿਆਰ ਸੀ ਉਹਨਾਂ ਦਾ, ਉਹਦੀ ਗੱਲ ਕਰੀਏ। ਨੀਂਹ ਪੱਥਰ ਸ੍ਰੀ ਹਰਮੰਦਰ ਸਾਹਿਬ ਜੀ ਦੀ ਉੱਥੇ ਮਨਾਈਏ। ਉੱਥੇ ਨਾਲ ਕਿਸਾਨਾਂ ਦੀ ਵੀ ਹਾਜ਼ਰੀ ਇਸ ਪ੍ਰੋਗਰਾਮ ਦੇ ਵਿੱਚ, ਉੱਥੋਂ ਅਸੀਂ ਸਿੱਧੀ ਨਾਲ ਲਗਵਾਈਏ। ਇੱਕ ਅਲੱਗ ਜਿਹਾ ਪ੍ਰੋਗਰਾਮ ਜਿਹੜਾ ਹੈ ਇਹ ਉਲੀਕ ਰਹੇ ਹਾਂ ਅਸੀਂ, ਤੇ ਇਹਦੇ ਵਿੱਚ ਸੂਤਰਧਾਰ ਬਣਨ ਲਈ ਨਾਲ ਇਸ ਪ੍ਰੋਗਰਾਮ ਨੂੰ ਚਲਾਉਣ ਲਈ ਮੈਂ ਤੁਹਾਨੂੰ ਵੀ ਬੇਨਤੀ ਕਰਨੀ ਸੀ ਵੀ ਆਹ ਜਿਹੜਾ ਅਸੀਂ 2 ਘੰਟੇ ਦਾ ਲਾਈਵ ਕਰਨਾ ਹੈ 13 ਜਨਵਰੀ ਨੂੰ, ਪਹਿਲੀ ਮਾਘ ਵਾਲੇ ਦਿਨ, ਉਹ ਇੱਕ ਨਵਾਂ ਇੱਕ ਸੁਨੇਹਾ ਜਿਹੜਾ ਹੈਗਾ, ਕਿਉਂਕਿ ਇਹੀ ਸਾਂਝੀਵਾਲਤਾ ਪਿਆਰ ਦਾ ਪ੍ਰਤੀਕ ਤੁਹਾਨੂੰ ਅੱਜ ਕਿਸਾਨਾਂ ਦੇ ਜੋ ਚੱਲ ਰਹੇ ਨੇ ਰੋਸ ਪ੍ਰਦਰਸ਼ਨ, ਉਸ ਦੇ ਵਿੱਚ ਤੁਹਾਨੂੰ ਦੇਖਣ ਨੂੰ ਪ੍ਰਤੱਖ ਤੌਰ ਤੇ ਮਿਲ ਰਹੇ ਹਨ। ਅਤੇ ਜੋ ਪਰਪਾਟੀ ਗੁਰੂ ਨਾਨਕ ਸਾਹਿਬ ਨੇ ਚਲਾਈ ਅਤੇ ਜਿਸ ਨੂੰ ਬਾਕੀ 10 ਗੁਰੂ ਸਾਹਿਬਾਨ ਨੇ ਅੱਗੇ ਲੈ ਕੇ ਆਏ, ਤੇ ਜਿਵੇਂ ਹੁਣੇ ਤੁਸੀਂ ਗੱਲ ਕੀਤੀ ਕਿ ਮੁਸਲਮਾਨ ਵੀਰ ਉੱਥੇ ਆ ਕੇ ਸੇਵਾ ਕਰ ਰਹੇ ਨੇ ਬਾਰਡਰਾਂ ਦੇ ਉੱਤੇ, ਉਹੀ ਸਾਰੀ ਚੀਜ਼ ਨੂੰ ਅਸੀਂ ਜੋ ਪਿਆਰ ਹੈ, ਇੱਕ ਸਾਂਝੀਵਾਲਤਾ ਦਾ ਸੁਨੇਹਾ ਹੈ, ਉਹ ਅਸੀਂ ਇਸ ਪ੍ਰੋਗਰਾਮ ਦੇ ਵਿੱਚ 13 ਤਰੀਕ ਨੂੰ ਜਿਹੜਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਤੇ ਉਸੇ ਦੀ ਹੀ ਸਾਰੀ ਤਰਤੀਬ ਜਿਹੜੀ ਹੈ ਉਹ ਬਣ ਰਹੀ ਹੈ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਸ ਗੱਲ ਨੂੰ ਜਿਹੜਾ ਅੱਜ ਮੰਚ ਦੇ ਸਾਹਮਣੇ ਦਰਸ਼ਕਾਂ ਦੇ ਸਾਹਮਣੇ ਇਸ ਪ੍ਰੋਗਰਾਮ ਦੇ ਵਿੱਚ ਨਾਲ ਲੈ ਕੇ ਆਏ। ਬਿਲਕੁਲ ਬਿਲਕੁਲ ਜੀ। ਬੀਬੀ ਕਿਰਨ ਕੌਰ ਜੀ, ਮੈਂ ਤੁਹਾਡੇ ਕੋਲ ਇੱਕ ਜ਼ਰੂਰ ਇੱਥੇ ਪੁੱਛਦਾ ਹਾਂ, ਜਿਸ ਤਰੀਕੇ ਦਾ ਹੁਣ ਇਹ ਸਾਰਾ ਸਿਸਟਮ ਬਣਿਆ ਹੋਇਆ, ਤੁਸੀਂ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਕਿਹਾ ਕਿ ਇਹਨੂੰ ਹੋਣਾ ਚਾਹੀਦਾ, ਮੈਨੂੰ ਪੂਰਾ ਯਕੀਨ ਹੈ ਕਿ 2022 ਦੇ ਵਿੱਚ ਇਹ ਸਭ ਕੁਝ ਜਿਹੜਾ ਪੱਕਾ ਹੋ ਜਾਏਗਾ ਤੇ 2022 ਦੇ ਵਿੱਚ ਆਪਾਂ ਇੱਕ ਤਰੀਕ ਜਿਹੜੀ ਮਿੱਥ ਲਵਾਂਗੇ। ਇਹ ਹੁਣ ਗੱਲ ਜਿਹੜੀ ਹੈ ਇੱਧਰ ਉੱਧਰ ਨਹੀਂ ਜਾਵੇਗੀ, ਹੁਣ ਗੱਲ ਜਿਹੜੀ ਹੈ ਕਿਸੇ ਨਤੀਜੇ ਦੇ ਉੱਤੇ ਪਹੁੰਚੇਗੀ। ਮੈਂ ਜ਼ਰੂਰ ਤੁਹਾਡੇ ਕੋਲ ਹੋਰ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਸਾਨੂੰ ਇਹ ਆਪਣੇ ਆਪ 'ਚ ਕਿਸ ਤਰੀਕੇ ਦਾ ਹੁਣ ਪ੍ਰਬੰਧ ਕਰਨ ਦੀ ਲੋੜ ਹੈ, ਜਾਂ ਜਿਹੜੀ ਸਾਡੀ ਕਹਿੰਦੇ ਸਨ ਕਿ ਜਿਹੜੀ ਭਾਰਤ ਸਰਕਾਰ ਨਾਲ ਸਾਡਾ ਕਮਿਊਨੀਕੇਸ਼ਨ ਸੀ, ਉਹਨੂੰ ਵੀ ਹੁਣ ਕਿਸ ਤਰੀਕੇ ਨਾਲ ਬਣਾਉਣ ਦੀ ਲੋੜ ਹੈਗੀ। ਕਿਉਂਕਿ ਤੁਸੀਂ ਸੁਣਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਜਥੇ ਭੇਜੇ ਨੇ, ਉਹ ਜਥੇ ਨੂੰ ਲੈ ਕੇ ਵੀ ਕਈ ਵਿੱਚ ਆਪਸ ਦੇ ਵਿੱਚ ਜਿਹੜੇ ਨੇ ਵਿਵਾਦ ਰਹੇ ਨੇ, ਮਿਸਕਮਿਊਨੀਕੇਸ਼ਨ ਰਿਹਾ। ਕਦੀ ਕਦੇ ਕਿ ਅਸੀਂ ਭੇਜ ਰਹੇ ਹਾਂ, ਕਦੀ ਕਹਿ ਰਹੇ ਕਿ ਅਸੀਂ ਨਹੀਂ ਭੇਜ ਰਹੇ ਹੈਗੇ। ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਇੰਨੀ ਮਿਹਨਤ ਤੋਂ ਬਾਅਦ ਖੁੱਲਿਆ, ਲੇਕਿਨ ਐਤਕੀ ਉੱਥੇ ਵੀ ਆਵਾਜਾਈ ਨਹੀਂ ਹੈਗੀ। ਕਰੋਨਾ ਵਾਇਰਸ ਦਾ ਜਿਹੜਾ ਉਹ ਗੱਲ ਕੀਤੀ ਜਾ ਰਹੀ ਕਿ ਵਾਇਰਸ ਕਰਕੇ ਜਿਹੜਾ ਅਸੀਂ ਨਹੀਂ ਜਾਣ ਦਿੱਤਾ ਜਾਵੇਗਾ। ਤੁਹਾਨੂੰ ਕੀ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਕਿਸ ਤਰੀਕੇ ਨਾਲ ਹੁਣ ਰੋਲ ਅਦਾ ਕਰਨ ਦੀ ਲੋੜ ਹੈਗੀ ਹੈ? ਕਿਉਂਕਿ ਜਿਹੜੇ ਪਾਵਨ ਸਥਾਨ ਪਾਕਿਸਤਾਨ ਦੇ ਵਿੱਚ ਹੈਗੇ ਨੇ, ਜਿਹੜੇ ਗੁਰੂ ਘਰ ਦੇ ਪ੍ਰੇਮੀ ਜਾ ਕੇ ਦਰਸ਼ਨ ਦੀਦਾਰੇ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਕਿਸੇ ਤਰੀਕੇ ਦੀ ਰੁਕਾਵਟ ਨਾ ਆਵੇ, ਤੇ ਜਿਹੜੀ ਰਾਜਨੀਤੀ ਹੈ ਉਹ ਆਪਣੀ ਤੌਰ ਤੇ ਇੱਕ ਜਿਹੜੀ ਨਵੀਂ ਦੀਵਾਰ ਹੈ ਉਹ ਕ੍ਰੀਏਟ ਨਾ ਕਰੇ। ਸਾਡੇ ਜਿਹੜੇ ਪਾਕਿਸਤਾਨ ਸਥਿਤ ਗੁਰਧਾਮ ਹਨ, ਹਰ ਸਿੱਖ ਚਾਹੁੰਦਾ ਹੈ ਉਹਦੇ ਖੁੱਲੇ ਦਰਸ਼ਨ ਦੀਦਾਰ ਹੋਣ। ਅਸੀਂ ਰੋਜ਼ ਅਰਦਾਸ ਕਰਦੇ ਹਾਂ, ਜਿੰਨੀ ਵਾਰ ਕਰਦੇ ਹਾਂ ਉਨੀ ਵਾਰ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸਮਾਂ ਲਿਆਵੇ ਕਿ ਸਾਨੂੰ ਜਿਹੜੇ ਸਾਡੇ ਵਿਛੜੇ ਗੁਰਧਾਮ ਹਨ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਹੋਣ। ਇੱਥੇ ਮਸਲਾ ਇਹ ਹੈ ਕਿ ਵੰਡ ਤੋਂ ਬਾਅਦ ਜਦੋਂ ਦੋਵਾਂ ਮੁਲਕਾਂ ਵਿੱਚ ਸ਼ਾਂਤੀ ਹੋ ਜਾਣੀ ਚਾਹੀਦੀ ਸੀ, ਅੱਜ ਹਾਲਾਤ ਇਹੋ ਜਿਹੇ ਨੇ ਕਿ ਦੋਨੋਂ ਮੁਲਕਾਂ ਦੇ ਵਿੱਚ ਇਸ ਕਿਸਮ ਦੇ ਡਿਪਲੋਮੈਟਿਕ ਰਿਲੇਸ਼ਨਸ ਹਨ ਜਿਨ੍ਹਾਂ ਦੇ ਵਿੱਚ ਸਿੱਖ ਪਿਸ ਰਹੇ ਨੇ, ਕਿਉਂਕਿ ਉਹਨਾਂ ਨੂੰ ਇਹਨਾਂ ਡਿਪਲੋਮੈਟਿਕ ਰਿਲੇਸ਼ਨਸ ਦੇ ਵਿੱਚ ਆਪਣੇ ਗੁਰਧਾਮਾਂ ਵਿੱਚ ਜਾਣ ਦੀ ਇਜਾਜ਼ਤ ਉਦੋਂ ਹੀ ਮਿਲਦੀ ਹੈ ਜਿਹੜਾ ਕਿ ਇੱਕ ਸਮਝੌਤਾ ਹੋਇਆ, ਜਿਹੜੇ ਕਿ ਸਾਲ 'ਚ 4 ਜਥੇ ਜਾਂਦੇ ਨੇ। ਹੁਣ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਵੀ ਅਸੀਂ ਨਵੇਂ ਸਿਰਿਓਂ ਦੇ ਜਿਹੜਾ ਹਰਿਮੰਦਰ ਸਾਹਿਬ ਦੇ ਫਾਊਂਡੇਸ਼ਨ ਡੇ ਹੈ ਉਹ ਮਨਾਉਣਾ ਸ਼ੁਰੂ ਕਰੀਏ, ਤੇ ਉਹਦੇ ਵਾਸਤੇ ਤਾਂ ਚਲੋ ਉਧਰੋਂ ਤਾਂ ਤੁਹਾਨੂੰ ਵੀਜ਼ਾ ਮਿਲ ਜਾਣਗੇ, ਤੁਸੀਂ ਆ ਜਾਓਗੇ, ਪਰ ਸਾਡੇ ਵਾਸਤੇ ਜਿਹੜੇ ਖਾਸ ਕਰ ਇੰਡੀਆ ਦੇ ਵਿੱਚ ਰਹਿਣ ਵਾਲੇ ਸਿੱਖ ਹਨ,
ਔਰ ਮੈਂ ਗੱਲ ਸਾਰੇ ਹਿੰਦੁਸਤਾਨ ਦੀ ਕਰ ਰਹੀ ਹਾਂ, ਸਿਰਫ ਪੰਜਾਬ ਦੀ ਨਹੀਂ ਕਰ ਰਹੀ। ਹੁਣ ਸ਼੍ਰੋਮਣੀ ਕਮੇਟੀ ਦੇ ਜਿਹੜੇ ਜਥੇ ਜਾਂਦੇ ਨੇ ਉਹ ਸਿਰਫ ਪੰਜਾਬ ਦੇ ਜਿਹੜੇ ਸਿੱਖ ਹਨ ਉਹਨਾਂ ਦੇ ਜਥੇ ਜਾ ਰਹੇ ਨੇ। ਬਾਕੀ ਜੀ ਸਾਰੇ ਮੁਲਕ ਦੇ ਵਿੱਚ ਜਿੱਥੇ ਸਿੱਖ ਰਹਿੰਦੇ ਹੈਗੇ ਨੇ, ਕਿਤੇ ਨਾ ਕਿਤੇ ਸਾਨੂੰ ਆਪਣੇ ਨਾਲ ਗੱਲ ਕਰਨੀ ਪਏਗੀ ਕਿ ਵੀ ਜਿਸ ਤਰ੍ਹਾਂ ਮੁਸਲਮਾਨ ਹਜ ਲਈ ਜਾਂਦੇ ਨੇ, ਜਿਹੜਾ ਮਰਜੀ ਤੁਹਾਡਾ ਜਿਸ ਕਿਸਮ ਦਾ ਮਰਜੀ ਡਿਪਲੋਮੈਟਿਕ ਰਿਲੇਸ਼ਨ ਮੁਲਕ ਦੇ ਨਾਲ ਹੋਵੇ, ਬੱਚਾ ਤੁਸੀਂ ਇੱਕ ਧਾਰਮਿਕ ਸਥਾਨ ਤੇ ਜਾ ਰਹੇ ਹੋ ਤੇ ਤੁਹਾਨੂੰ ਇੱਕ ਵਿਸ਼ੇਸ਼ ਛੂਟ ਹੋਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਇਸ ਕਿਸਮ ਦਾ ਡਾਇਲੌਗ ਜਿਹੜਾ ਹੈ ਸਾਨੂੰ ਪੋਲੀਟੀਕਲੀ ਛੇੜਨ ਦੀ ਜ਼ਰੂਰਤ ਹੈ ਕਿ ਇਹ ਜਿਹੜੀ ਗੁਰਧਾਮਾਂ ਦੀ ਯਾਤਰਾ ਹੈ ਇਹਨੂੰ ਨਿਖੇੜਿਆ ਜਾਏ ਦੋਵਾਂ ਮੁਲਕਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਔਰ ਇਹਨਾਂ ਦੀ ਪੋਲਿਟਿਕਸ ਦੇ ਵਿੱਚੋਂ, ਕਿਉਂਕਿ ਪੰਜਾਬ ਇਸ ਪਾਸੇ ਤੇ ਪੰਜਾਬ ਉਸ ਪਾਸੇ, ਦੋਨੋਂ ਪੰਜਾਬ ਇੱਕ ਦੂਜੇ ਦੇ ਬੋਲੀ ਸਮਝਦੇ ਨੇ, ਇੱਕ ਸਾਂਝਾ ਸਾਡਾ ਕਲਚਰ ਹੈ, ਸਾਂਝਾ ਸਾਡਾ ਵਿਰਸਾ ਹੈ ਤੇ ਸਾਡੇ ਬਹੁਤ ਹੀ ਜਿਹੜਾ ਸ਼ਾਨਾਮਤੀ ਇਤਿਹਾਸ ਹੈ ਉਹਦੇ ਉਹ ਇਤਿਹਾਸਿਕ ਸਥਾਨ ਸਾਡੇ ਉੱਥੇ ਹਨ ਜਿਹੜਾ ਅੱਜ ਪਾਕਿਸਤਾਨ ਮੁਲਕ ਬਣਿਆ ਹੋਇਆ ਹੈ। ਸੋ ਇਹ ਸਿਰਫ ਸ਼੍ਰੋਮਣੀ ਕਮੇਟੀ ਦੇ ਲੈਵਲ ਦੀ ਗੱਲ ਨਹੀਂ ਹੈ, ਕਿਉਂਕਿ ਇਹ ਪੋਲੀਟੀਕਲੀ ਟੇਕ ਅਪ ਕਰਨ ਵਾਲੀ, ਨੈਸ਼ਨਲ ਲੈਵਲ ਤੇ ਟੇਕ ਅਪ ਕਰਨ ਵਾਲੀ ਗੱਲ ਹੈ, ਸਰਕਾਰਾਂ ਦੇ ਥਰੂ ਹੋਣ ਵਾਲੀ ਇਹ ਗੱਲ ਹੈ। ਬਿਲਕੁਲ, ਇਹ ਵਾਹਿਗੁਰੂ ਆਪਣੀ ਕਰੇ ਚੰਗੀ ਸਮਾਂ ਤੁਸੀਂ ਆਵੇ ਜੀ ਜੀ ਆਪਣੀ ਗੱਲ ਕੰਪਲੀਟ ਵਾਹਿਗੁਰੂ ਕਰੋ। ਕਰੇ ਸਮਾਂ ਆਵੇ ਕਿ ਸਾਡੀ ਪੋਲੀਟੀਕਲ ਲੀਡਰਸ਼ਿਪ ਵੀ ਇੰਨੀ ਕੁ ਸੁਹਿਰਦ ਹੋ ਜਾਏ ਔਰ ਇਸ ਬਾਰੇ ਸੋਚੇ ਔਰ ਸਾਨੂੰ ਇਹ ਮੌਕਾ ਮਿਲੇ। ਬਿਲਕੁਲ, ਇਹ ਆਪਣੇ ਆਪ ਚ ਬੜੀ ਸੋਹਣੀ ਤੁਸੀਂ ਗੱਲ ਕੀਤੀ ਹੈ ਕਿ ਸਾਡੀ ਜਿਹੜੀ ਪੋਲੀਟੀਕਲ ਜਿਹੜੀ ਐਫੀਲੀਏਸ਼ਨ ਹੈਗੀ, ਜਿਹੜੇ ਪੋਲੀਟੀਕਲ ਲੋਕ ਚੁਣੇ ਗਏ ਨੇ ਉਹਨਾਂ ਨੂੰ ਥੋੜੀ ਸਮਝ ਆਵੇ ਕਿ ਇਹ ਨਾ ਹੋਵੇ ਕਿ ਜਦੋਂ ਤੁਹਾਡਾ ਕੇਕ ਖਾਣ ਨੂੰ ਦਿਲ ਕਰੇ ਉਦੋਂ ਤੁਹਾਡੇ ਰਿਸ਼ਤੇ ਜਿਹੜੇ ਨੇ ਉਹ ਸਾਰੇ ਠੀਕ ਹੋ ਜਾਣ, ਤੇ ਜਦੋਂ ਕਿਸੇ ਗੁਰਸਿੱਖ ਦਾ ਜਾਂ ਕਿਸੇ ਵੀ ਸ਼ਰਧਾਲੂ ਦਾ, ਭਾਵੇਂ ਹਿੰਦੂ ਕਿਉਂ ਨਾ ਹੋਵੇ, ਭਾਵੇਂ ਮੁਸਲਮਾਨ ਕਿਉਂ ਨਾ ਹੋਵੇ, ਜਦੋਂ ਉਹਦਾ ਆਪਣੇ ਗੁਰੂ ਧਾਮ ਦੀ ਜਿਹੜੀ ਦਰਸ਼ਨ ਕਰਨ ਦਾ ਦਿਲ ਕਰੇ ਤਾਂ ਤੁਸੀਂ ਕਹੋ ਕਿ ਨਹੀਂ, ਮਾਹੌਲ ਜਿਹੜਾ ਸਵਾਲਾ ਨਹੀਂ ਹੈਗਾ, ਇਸ ਕਰਕੇ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਹ ਆਪਣੇ ਆਪ 'ਚ ਚਲੋ ਦੁੱਖ ਦੀ ਗੱਲ ਹੈ, ਲੇਕਿਨ ਚੇਂਜ ਹੋਣਾ ਚਾਹੀਦਾ ਹੈ। ਸਾਈਂ ਜੀ, ਮੈਂ ਤੁਹਾਡੇ ਕੋਲ ਆਉਣਾ, ਬੀਬਾ ਜੀ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਹੈ, ਭਾਵੇਂ ਇੱਕ ਆਵਾਜ਼ ਹੈ ਪਰ ਸਾਡੇ ਵਾਲੀ ਆਵਾਜ਼ ਜਿਹੜੀ ਹੈ 1.25 ਲੱਖ ਦੇ ਬਰਾਬਰ ਹੁੰਦੀ ਹੈ। ਜਿਸ ਤਰੀਕੇ ਦੀ ਆਵਾਜ਼ ਆਈ ਹੈ, ਜਿਸ ਤਰੀਕੇ ਦਾ ਹੋਕਾ ਆਇਆ, ਜਿਸ ਤਰੀਕੇ ਦਾ ਅੱਗੋਂ ਪਿਆਰ ਤੁਹਾਨੂੰ ਮਿਲਿਆ, ਇਹਦੇ ਉੱਤੇ ਕੀ ਕਹਿਣਾ ਚਾਹੋਗੇ? मैं सब तो पहले तो बीबा जी दे बहुत ही प्यार भरे अंदाज का शुक्रगुजार हाँ कि जिथे संगू बॉर्डर की गल की गई कि जी मुसलमाना का लंगर तुसी करदे हो, की करदे हो, ते इन्होंने बहुत ही प्यार मुहब्बत और ऐसी पीस की गल की, ऐसी इंटरफेयर की गल की कि जिथे जो साइयां का नाम आ जाए तो फिर पिछे गल कोई नहीं रहिंदी। ਇਹ ਤੇ ਕਿਸੇ ਇੱਕ ਦਾ ਫਰਦ ਵਾਹਿਦ ਦਾ ਅਮਲ ਕੋਈ ਅਹਿਮੀਅਤ ਨਹੀਂ ਰੱਖਦਾ। ਇਹਨਾਂ ਨੇ ਬਹੁਤ ਪਿਆਰੇ ਅੰਦਾਜ਼ ਨਾਲ ਕੀਤਾ। ਉਸੇ ਸਿੰਘੂ ਬਾਰਡਰ 'ਚ ਜਿੱਥੇ ਇਹ ਗੱਲ ਕੀਤੀ ਗਈ ਸੀ, ਉੱਥੇ ਸਾਈਂ ਮੀਆਂ ਮੀਰ ਜੀ ਸਾਂਝਾ ਵਿਰਸਾ ਆਰਗੇਨਾਈਜੇਸ਼ਨ ਜਿਹੜੀ ਹੈ, ਇਹ ਵੀ ਸਾਡੀ ਇਜਾਜ਼ਤ ਨਾਲ ਹੀ ਹੈ ਜੀ, ਤੇ ਇਹ ਬਣੀ ਸੀ, ਉਹ ਲੰਗਰ ਕਰਵਾ ਰਹੇ ਸਨ ਤੇ ਇਸ ਤਰ੍ਹਾਂ ਦੀ ਗੱਲ ਆਈ। ਔਰ ਦੂਸਰਾ, ਇਹਨਾਂ ਨੇ ਬਹੁਤ ਅੱਛੇ ਅਲਫਾਜ਼ ਦਾ ਇਸਤੇਮਾਲ ਕਰਦੇ ਹੋਏ ਜਵਾਬ ਦਿੱਤਾ। ਔਰ ਉਹਦੇ ਨਾਲ ਨਾਲ ਜਿੱਥੇ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਉਣ ਲੱਗੇ, ਸਰਦਾਰ ਜੀ ਕਿਰਨਜੋਤ ਸਾਹਿਬਾ ਨੇ ਬਹੁਤ ਪਿਆਰੀ ਔਰ ਬਹੁਤ ਹੀ ਅੱਛੀ ਗੱਲਾਂ ਕੀਤੀਆਂ। ਮਗਰ ਉੱਥੇ ਫਕੀਰ ਇੱਕ ਚੀਜ਼ ਲਾਜ਼ਮੀ ਕਹਿਣਾ ਚਾਹੇਗਾ ਕਿ ਆਪ ਜੀ ਇਹਨੂੰ ਇਹ ਨਾ ਸੋਚੋ ਕਿ ਇਹ ਬਹੁਤ ਵੱਡਾ ਸਰਕਾਰੀ ਮਾਮਲਾ ਹੈ, ਸਰਕਾਰੀ ਪੱਧਰ 'ਚ ਹੋਣਾ ਹੈ ਜਾਂ ਸਰਕਾਰੀ ਅੰਦਾਜ਼ ਨਾਲ ਹੋਣਾ ਹੈ। ਜਦੋਂ ਕਰਨਾ ਹੈ ਨਾ ਤੇ ਫਿਰ ਕੋਈ ਚੀਜ਼ਾਂ ਅਹਿਮੀਅਤ ਨਹੀਂ ਰੱਖਦੀਆਂ। ਆਪ ਸਭ ਨੂੰ ਸਭ ਤੋਂ ਪਹਿਲੇ ਇੱਕ ਚੀਜ਼ ਦੱਸਦਾ ਜਾਵਾਂ, ਚਾਹੇ ਹਰਮੰਦਰ ਸਾਹਿਬ PSGPC ਜਿਹੜੀ SGPC ਦੇ ਅੰਡਰ ਹੈ, ਚਾਹੇ ਦਰਬਾਰ ਮੀਆਂ ਮੀਰ ਸਾਹਿਬ ਔਕਾਫ ਦੇ ਅੰਡਰ ਹੈ, ਮਗਰ ਗੁਰੂ ਜੀ ਸਾਹਿਬਾਨ ਦੀ ਦਿੱਤੀ ਜਾਣ ਵਾਲੀ ਬਖਸ਼ਿਸ਼ਾਂ ਤੇ ਮੇਰੀ ਜ਼ਾਤੀ ਪ੍ਰਾਪਰਟੀ ਨੇ, ਮੇਰੀ ਜ਼ਾਤੀ ਚੀਜ਼ਾਂ ਨੇ। ਮੈਨੂੰ ਮਿਲਣ ਵਾਸਤੇ ਕਿਸੇ ਸਰਕਾਰ ਦੀ ਜ਼ਰੂਰਤ ਨਹੀਂ ਹੈ। ਅਸੀਂ ਜੇ ਇਹਨਾਂ ਚੀਜ਼ਾਂ ਨੂੰ ਵੱਡਾ ਬਣਾ ਕੇ, ਇੱਕ ਚੀਜ਼ ਨੂੰ ਇੱਕ ਵੱਡਾ ਇੰਨਾ ਵੱਡਾ ਹਵਾ ਕ੍ਰੀਏਟ ਕਰਕੇ ਕਿ ਜੀ ਇਹ ਇੰਨਾ ਵੱਡਾ ਮਸਲਾ ਹੈ, ਇੰਨੇ ਵੱਡੇ ਮਾਮਲਾ ਤੇ ਕਿਸ ਤਰ੍ਹਾਂ ਹੱਲ ਹੋਣਗੇ, ਕਿਸ ਤਰ੍ਹਾਂ ਨਹੀਂ, ਐਸੀ ਕੋਈ ਬਾਤ ਨਹੀਂ ਹੈ। ਅਸੀਂ ਜਦੋਂ ਇਹ ਪਿਆਰ, ਮੁਹੱਬਤ, ਪੀਸ, ਇੰਟਰਫੇਥ ਹਾਰਮਨੀ ਐਂਡ ਲਵ, ਇਹਨਾਂ ਚੀਜ਼ਾਂ ਨੂੰ, ਲਾਈਟ ਨੂੰ ਅੱਗੇ ਲੈ ਕੇ ਟੁਰਾਂਗੇ ਨਾ ਜੀ, ਤੇ ਮਾਮਲਾ ਖੁਦ ਹੀ ਬਿਹਤਰ ਹੋ ਜਾਣਗੇ। ਸਰਕਾਰਾਂ ਦੀ ਜਿਹੜੀ ਚਾਲ ਹੁੰਦੀ ਹੈ, ਸਰਕਾਰਾਂ ਦਾ ਚੱਲਣ ਦਾ ਅੰਦਾਜ਼, ਉਹ ਕਛੂਏ ਵਾਂਗਰ ਹੁੰਦਾ ਹੈ, ਸਲੋ ਐਂਡ ਸਟੱਡੀ ਬਟ ਸਟ੍ਰੇਟ ਟੂ ਦ ਟਾਰਗੇਟ। ਮਗਰ ਜਦੋਂ ਪੰਥ ਨਾਲ ਰਲ ਜਾਂਦੀ ਹੈ,
ਜਦੋਂ ਸਭ ਅਹਿਬਾਬ ਨਾਲ ਜੁੜ ਜਾਂਦੇ ਨੇ ਤੇ ਇਹੀ ਹਿਰਨ ਦੀਆਂ ਚੌਂਕੜੀਆਂ ਬਣ ਜਾਂਦੀਆਂ ਨੇ ਤੇ ਹਿਰਨ ਦੀ ਚੌਂਕੜੀਆਂ ਬਹੁਤ ਤੇਜ਼ ਹੁੰਦੀਆਂ ਨੇ, ਜਿਹਦਾ ਟਾਈਗਰ ਵੀ ਜਿਹੜਾ ਹੈ ਉਹ ਵੀ ਮੁਕਾਬਲਾ ਨਹੀਂ ਕਰ ਸਕਦਾ। ਆਪ ਜੀ ਜਦੋਂ ਸਾਈ ਮੀਆਂ ਮੀਰ ਜੀ ਦੀ ਗੱਲ ਆਉਂਦੀ ਹੈ, ਸਰਦਾਰਨੀ ਕਿਰਨਜੋਤ ਸਾਹਿਬਾ ਬਹੁਤ ਅੱਛੀ ਤਰ੍ਹਾਂ ਜਾਣਦੀਆਂ ਨੇ ਕਿ ਜਦੋਂ ਸਾਈਆਂ ਦੀ ਗੱਲ ਆਉਂਦੀ, ਮੈਨੂੰ ਇਹਨਾਂ ਦੇ ਹਾਲੇ ਤੱਕ ਅਲਫਾਜ਼ ਯਾਦ ਨੇ। ਇਹਨਾਂ ਨੇ ਮੇਰੇ ਸਾਈਂ, ਮੇਰੇ ਮਾਲਿਕ ਸਾਈਂ ਚੰਦ ਪੀਰ ਜੀ ਨੂੰ ਵੇਖ ਕੇ ਕਿਹਾ ਕਿ ਸਾਈਂ ਜੀ, ਅੱਜ ਤੁਹਾਡਾ ਮੁਹਾਂਦਰਾ ਵੇਖ ਕੇ ਮੈਨੂੰ ਸਾਈਂ ਜੀ ਦੀ ਉਹ ਤਸਵੀਰ ਯਾਦ ਆਉਂਦੀ ਹੈ ਜਿਹੜੀ ਲੰਗਰ ਹਾਲ ਅੰਮ੍ਰਿਤਸਰ 'ਚ ਲੱਗੀ ਹੈ। ਤੇ ਸਾਈਂ ਦੀ ਸੇਵਾ ਤੇ ਮੇਰੇ ਬਾਪ ਦਾਦੇ ਕਰਦੇ ਆ ਰਹੇ ਨੇ। ਮੇਰੇ ਬਾਪ ਨੂੰ ਵੀ ਮਿਲ ਚੁੱਕੇ, ਮੇਰੇ ਦਾਦਾ ਜੀ ਦਾ ਇਤਿਹਾਸ ਵੀ ਸਾਹਮਣੇ, ਮੇਰੇ ਪੜਦਾਦਾ ਜੀ ਦਾ ਇਤਿਹਾਸ ਵੀ ਸਾਹਮਣੇ ਹੈ। ਉਹ ਮੈਂ ਜ਼ਿੰਦਾ ਜਾਗਦਾ ਸਾਈ ਅਲੀ ਰਜ਼ਾ ਤੁਹਾਡੇ ਸਾਹਮਣੇ ਆ। ਉਹ ਮੇਰੇ ਨਾਲ ਰਲ ਕੇ ਮਨਾਓ, ਮੇਰੇ ਨਾਲ ਰਲ ਕੇ ਚੱਲੋ। ਇੰਨੇ ਵੱਡੇ ਮਾਮਲਾਤ ਅਸੀਂ ਕਦੀ ਵੀ, ਅਸੀਂ ਜਿਹੜਾ ਪਿਛਲਾ ਸਮਾਗਮ ਕੀਤਾ ਕਰਤਾਰਪੁਰ ਸਾਹਿਬ ਦਾ, ਉਹ ਕੋਈ ਛੋਟਾ ਸਮਾਗਮ ਨਹੀਂ ਸੀ, ਬਹੁਤ ਵੱਡਾ ਸਮਾਗਮ ਸੀ। PSGPC ਨੇ 100% ਸਾਡਾ ਸਾਥ ਦਿੱਤਾ, ਹਰ ਇੱਕ ਮਾਮਲਾਤ ਕੀਤੇ, ਸਾਰੇ ਮਾਮਲਾਤ ਕੀਤੇ, ਮੰਨਿਆ ਉਹਨਾਂ ਦੇ ਇਹ ਸਾਰਾ ਕੁਝ ਮੈਮੋਰੰਡਮ ਦਾ ਹਿੱਸਾ ਨਹੀਂ ਸੀ। ਮਗਰ ਜਦੋਂ ਫਕੀਰ ਨੇ ਉਹਨਾਂ ਦੇ ਜਿਹੜਾ ਸਤਵੰਤ ਸਿੰਘ ਜੀ PSGPC ਦੇ ਪ੍ਰਧਾਨ ਨੇ, ਬੜਾ ਹੀ ਨਿਮਰਤਾ ਸਾਹਿਬ, ਬੜਾ ਪਿਆਰਾ ਗੁਰਸਿੱਖ ਹੈ, ਬਹੁਤ ਪਿਆਰੇ ਅੰਦਾਜ਼ ਨਾਲ ਲੈ ਕੇ ਚੱਲਦਾ। ਜੇ ਕਿਸੇ ਪ੍ਰੋਗਰਾਮ 'ਚ ਮੇਰੀ ਮੁਲਾਕਾਤ ਹੋਈ, ਦਰਬਾਰ ਸ਼ਰੀਫ ਆਏ ਸਨ, ਮੈਂ ਰਿਕੁਐਸਟ ਕੀਤੀ ਜੀ ਮੈਂ ਕਰਨਾ ਚਾਹੁੰਦਾ, ਉਹਨਾਂ ਨੇ ਕਿਹਾ ਜੀ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ ਤੁਹਾਨੂੰ, ਅਸੀਂ ਪੂਰਾ ਸਾਥ ਦੇਵਾਂਗੇ ਤੁਹਾਨੂੰ। ਇੰਨਾ ਵੱਡਾ ਖਿਲਾਰਾ ਨਾ ਪਾਓ, ਇੰਨੇ ਜ਼ਿਆਦਾ ਪਰੇਸ਼ਾਨੀਆਂ ਵੱਲ ਪਾਸੇ ਨਾ ਆਈਏ, ਇੰਨੇ ਜ਼ਿਆਦਾ ਮੁਸ਼ਕਿਲਾਂ ਵੱਲ ਨਾ ਆਈਏ। ਮੈਂ ਹਾਜ਼ਰ ਹਾਂ, ਮੈਨੂੰ ਜਿੱਥੇ ਕਹਿੰਦੇ ਹੋ, ਜਿਸ ਤਰ੍ਹਾਂ ਕਹਿੰਦੇ ਹੋ, ਮੇਰੇ ਸਾਈਆਂ ਦਾ ਦਰਬਾਰ ਹਾਜ਼ਰ ਹੈ, ਸਾਰੇ ਮਾਮਲਾਤ ਨੇ। ਤੁਸੀਂ ਦਰਬਾਰ ਆਣਾ ਹੈ, ਤੁਹਾਨੂੰ ਵੀਜ਼ੇ ਚਾਹੀਦੇ ਨੇ। ਮੈਂ ਇਸ ਮੁਲਕ ਦਾ ਇੱਕ ਨਾਗਰਿਕ ਹਾਂ, ਮੈਂ ਹਕੂਮਤ ਨੂੰ ਰਿਕੁਐਸਟ ਕਰਾਂਗਾ, ਹਕੂਮਤ ਵੀਜ਼ੇ ਦੇਗੀ, PSGPC ਵੀਜ਼ੇ ਦੇਗੀ, ਉਹ ਇੰਨੀ ਕੰਪਲਿਕੇਟਡ ਨਹੀਂ ਹੈ। ਮੰਨਿਆ SGPC ਦੇ PSGPC ਦੇ ਆਪਸੀ ਕੋਈ ਮਾਮਲਾਤ ਹੋਣਗੇ, ਉਹ ਤੁਹਾਡੇ ਪੋਲੀਟੀਕਲ ਮਾਮਲਾਤ ਨੇ, ਮਗਰ ਮੈਂ ਇੰਨੀ ਰਿਕੁਐਸਟ ਲਾਜ਼ਮੀ ਕਰਨਾ ਚਾਹਾਂਗਾ ਸਾਰਿਆਂ ਨੂੰ ਕਿ ਮੈਨੂੰ ਕਿਸੇ ਪੋਲਿਟਿਕਸ ਦਾ ਹਿੱਸਾ ਨਾ ਬਣਾਓ। ਮੈਂ ਸਾਈਆਂ ਦਾ ਰੂਪ ਹਾਂ, ਬਿਲਕੁਲ ਜੀ ਸਾਈਂ ਜੀ। ਮੈਂ ਕਿਸੇ ਵੀ ਪੋਲਿਟਿਕਸ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ। ਮੇਰੇ ਵਾਸਤੇ ਹਰ ਕੋਈ ਕਾਬਲੇ ਤਾਰੀਫ ਹੈ, ਹਰ ਕੋਈ ਕਾਬਲੇ ਇੱਜ਼ਤ ਹੈ। ਮੈਂ ਸਾਰਿਆਂ ਦਾ ਮਾਨ ਸਤਿਕਾਰ ਆਦਰ ਕਰਨਾ, ਮੈਂ ਸਾਰਿਆਂ ਨੂੰ ਅੱਜ ਵੀ ਗੁਰੂ ਦਾ ਸਿੱਖ ਸਮਝ ਕੇ ਮਿਲਣਾ। ਮੈਂ ਅੱਜ ਵੀ ਆਪਣੇ ਆਪ ਨੂੰ ਸਾਈ ਮੀਆਂ ਮੀਰ ਸਮਝ ਕੇ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਿੱਖਾਂ ਨੂੰ ਮਿਲਣਾ, ਗੁਰੂ ਰਾਮਦਾਸ ਜੀ ਮਹਾਰਾਜ ਦੇ ਸਿੱਖਾਂ ਨੂੰ ਮਿਲਣਾ, ਗੁਰੂ ਹਰਗੋਬਿੰਦ ਜੀ ਮਹਾਰਾਜ ਦੇ ਸਿੱਖਾਂ ਨੂੰ ਮਿਲਣਾ। ਮੈਨੂੰ ਪੋਲਿਟਿਕਸ ਦਾ ਹਿੱਸਾ ਨਾ ਬਣਾਓ। ਜੀ ਸਾਈਂ ਜੀ, ਮੈਂ ਸਾਈਂ ਜੀ ਬਿਲਕੁਲ ਬੀਬਾ ਕਿਰਨਜੀਤ ਕੌਰ ਹੋਣਾ ਦੀ ਵੀ ਜਿਹੜੀ ਗੱਲ ਜ਼ਰੂਰ ਰੱਖਦਾ। ਉਹ ਸਾਬਕਾ ਸਕੱਤਰ ਨੇ ਅਤੇ ਮੈਂ ਉਹਨਾਂ ਨੂੰ ਅੱਖੀ ਵੇਖਿਆ ਹੋਇਆ ਹੈ, ਇਹੋ ਜਿਹੀਆਂ ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ ਉਹਦੇ ਨਾਲ ਕਿਸ ਤਰੀਕੇ ਨਾਲ 2-4 ਹੋਇਆ ਜਾਂਦਾ ਹੈ, ਕਿਸ ਤਰੀਕੇ ਨਾਲ ਟੈਚੀ ਭਰ ਕੇ ਜਿਹੜੇ ਪਾਸਪੋਰਟਾਂ ਤੇ ਜਾਂਦੇ ਨੇ ਤੇ ਕਿਸ ਤਰੀਕੇ ਨਾਲ ਉਹ ਟੈਚੀ ਬੰਦ ਹੋ ਕੇ ਵਾਪਸ ਆ ਜਾਂਦਾ ਹੈ, ਵੀਜ਼ਾ ਤੱਕ ਨਹੀਂ ਲੱਗਦਾ। ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸਾਡੇ ਪੋਲਿਟਿਕਸ ਵੀ ਜਿਹੜੀ ਹੈ ਕਾਫੀ ਜਿਹੜੀ ਇਸ ਤਰੀਕੇ ਦੀ ਪਚੀਦਾ ਹੋ ਚੁੱਕੀ ਹੋਈ ਹੈ, ਜਿਹਨੂੰ ਸਮਝਣ ਦੀ ਲੋੜ ਹੈ। ਲੇਕਿਨ ਬਿਲਕੁਲ ਅਸੀਂ ਤੁਹਾਡੀ ਗੱਲ ਨੂੰ ਮੰਨਦੇ, ਤੁਸੀਂ ਵੀ ਅਰਦਾਸ ਕਰੋ, ਅਸੀਂ ਵੀ ਅਰਦਾਸ ਕਰਦੇ ਹਾਂ। ਇਹ ਜਿਹੜੀ ਕੰਡਿਆਲੀ ਤਾਰ ਹੈ, ਇਹ ਜਿਹੜੇ ਮਨੁੱਖ ਹੈਗੇ ਨੇ, ਜਿਹੜੇ ਮਾਨਵਤਾ ਦੀ ਸੇਵਾ ਦੀ ਗੱਲ ਕਰਦੇ ਨੇ, ਜਿਹੜੇ ਮਨੁੱਖਤਾ ਦੀ ਗੱਲ ਕਰਦੇ ਨੇ, ਉਹਨਾਂ ਦੇ ਵਾਸਤੇ ਕੰਡਿਆਲੀਆਂ ਤਾਰਾਂ ਨਾ ਹੋਣ। ਇਹ ਜਿਹੜੀਆਂ ਦੁਸ਼ਮਣਾਂ ਵਾਸਤੇ ਕੰਡਿਆਲੀਆਂ ਦੀਆਂ ਤਾਰਾਂ ਹੋਣੀਆਂ ਚਾਹੀਦੀਆਂ ਨੇ। ਲੇਕਿਨ ਜਿਹੜੇ ਲੋਕ ਆਪਣੇ ਗੁਰੂ ਪੀਰਾਂ ਦੀ ਧਰਤੀ ਨੂੰ ਸਜਦਾ ਕਰਨ ਜਾਣਾ ਚਾਹੁੰਦੇ ਨੇ, ਜਿਹੜਾ ਉੱਥੇ ਨਮਸਕਾਰ ਕਰਨਾ ਜਾਣਾ ਚਾਹੁੰਦੇ ਨੇ, ਉਹਨਾਂ ਦੇ ਲਈ ਇਹ ਰੁਕਾਵਟਾਂ ਜਿਹੜੀਆਂ ਨਾ ਹੋਣ। ਸਰਕਾਰਾਂ ਨੂੰ ਇੱਥੋਂ ਤੱਕ ਸੋਚਣਾ ਚਾਹੀਦਾ। ਸਰਦਾਰ ਹਰਪ੍ਰੀਤ ਸਿੰਘ ਦਰਦੀ ਜੀ, ਮੈਂ ਤੁਹਾਡੇ ਕੋਲ ਜ਼ਰੂਰ ਆਉਣਾ, ਸਮਾਂ ਹੋ ਗਿਆ। ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਅਖੀਰ ਦੇ ਵਿੱਚ ਸਾਰਿਆਂ ਦਾ ਧੰਨਵਾਦ ਕਰੋ ਤੇ ਅਸੀਂ ਪ੍ਰੋਗਰਾਮ ਨੂੰ ਸਮਾਪਤ ਕਰੀਏ। ਬਹੁਤ ਬਹੁਤ ਧੰਨਵਾਦ ਬਿਆਲਾ ਜੀ। ਪਹਿਲੀ ਗੱਲ, ਤੁਸੀਂ ਵੀ ਸਮਾਂ ਕੱਢਿਆ ਨਿਊਯਾਰਕ ਤੋਂ ਤੇ ਸਾਡੇ ਨਾਲ ਜੁੜੇ ਹੋ, ਤੇ ਬਹੁਤ ਬਹੁਤ ਧੰਨਵਾਦ ਸਰਦਾਰਨੀ ਕਿਰਨਜੋਤ ਕੌਰ ਜੀ ਤੁਹਾਡਾ। ਤੁਸੀਂ ਬੜੇ ਠਰਮੇ ਨਾਲ, ਬੜੇ ਸਬਰ ਨਾਲ ਸਾਰੀ ਗੱਲਬਾਤ ਸੁਣੀ ਤੇ ਆਪਣਾ ਪੱਖ ਵੀ ਰੱਖਿਆ। ਆਸ ਹੈ ਕਿ ਜੋ ਸਾਈਂ ਜੀ ਵੱਲੋਂ ਰਿਕਵੈਸਟ ਕੀਤੀ ਜਾ ਰਹੀ ਹੈ ਸਮੁੱਚੇ ਪੰਥ ਨੂੰ, ਅਤੇ ਜਿਹਦਾ ਜ਼ਰੀਆ ਚੜ੍ਹਦੀ ਕਲਾ ਟਾਈਮ TV ਬਣਿਆ ਆਪ ਤੱਕ ਇਹ ਸਾਰੀ ਜੋ ਮਾਮਲਾਤ ਨੇ ਲੈ ਕੇ ਆਉਣ ਦਾ, ਇਸ ਉੱਤੇ ਜ਼ਰੂਰ ਪੋਜ਼ਿਟਿਵ ਸਟੈਪਸ ਜਿਹੜੇ ਹਨ ਆਪ ਜੀ ਵੱਲੋਂ ਵੀ ਕੁਝ ਉਦਮ ਹੋਣਗੇ। ਤੇ ਜਿਹੜੀਆਂ ਸੰਗਤਾਂ ਸੰਸਾਰ ਭਰ ਦੇ ਵਿੱਚ ਚੜ੍ਹਦੀ ਕਲਾ ਟਾਈਮ TV ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋਣ, ਉਹ ਵੀ ਨਿੱਜੀ ਤੌਰ ਤੇ ਜਾਗਰੂਕ ਹੋਣਗੇ ਕਿ ਜਿਹੜਾ ਸਾਡਾ ਕੇਂਦਰੀ ਅਸਥਾਨ ਹੈ, ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਰਮੰਦਰ
ਸਾਹਿਬ, ਉਹਦਾ ਨੀਂਹ ਪੱਥਰ ਦਿਵਸ ਇੱਕ ਇੰਟਰਫੇਥ ਦਿਵਸ ਵੱਲੋਂ, ਇੱਕ ਸਾਂਝੀਵਾਲਤਾ ਦਿਵਸ ਵੱਲੋਂ ਜ਼ਰੂਰ ਮਨਾਇਆ ਜਾਏ, ਅਤੇ ਸਾਈਂ ਮੀਆਂ ਮੀਰ ਜੀ ਅਤੇ ਸਿੱਖ ਗੁਰੂ ਸਾਹਿਬਾਨ ਦੀ ਜੋ ਦੋਸਤੀ ਸੀ, ਆਪਸੀ ਪਿਆਰ ਸੀ, ਉਸ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕੀਤਾ ਜਾਏ। ਤੇ ਨਾਲ ਹੀ ਮੈਂ ਧੰਨਵਾਦ ਕਰਦਾ ਸਰਦਾਰ ਰੁਪਿੰਦਰ ਸਿੰਘ ਜੀ ਸ਼ਾਮਪੁਰਾ, ਜੋ ਹਰ ਵਕਤ ਇੱਕ ਆਵਾਜ਼ ਦੇ ਉੱਤੇ ਮੇਰੇ ਨਾਲ ਆ ਖੜਦੇ ਹਨ। ਕੋਈ ਵੀ ਅਸੀਂ ਪ੍ਰੋਗਰਾਮ ਕਰਨਾ ਹੁੰਦਾ ਹੈ, ਭਾਵੇਂ ਟੀਵੀ ਤੇ ਹੋਵੇ ਤੇ ਭਾਵੇਂ ਗਰਾਊਂਡ ਲੈਵਲ ਤੇ ਹੋਵੇ, ਕਿਸੇ ਪੱਖ ਤੋਂ ਇਹ ਹਮੇਸ਼ਾ ਚੜ੍ਹਦੀ ਕਲਾ ਟਾਈਮ ਟੀਵੀ ਦੀ ਬਾਂਹ ਬਣ ਕੇ ਹਮੇਸ਼ਾ ਨਾਲ ਆਉਂਦੇ ਹਨ। ਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਤੇ ਸਮਾਪਤੀ ਦੇ ਲਫ਼ਜ਼, ਅਸੀਸ ਦੇ ਲਫ਼ਜ਼ ਮੈਂ ਚਾਹਾਂਗਾ ਕਿ ਸਰਦਾਰਨੀ ਕਿਰਨਜੋਤ ਕੌਰ ਜੀ ਤੇ ਸਾਈਂ ਅਲੀ ਰਜ਼ਾ ਕਾਦਰੀ ਜੀ ਆਪਣੇ ਵੱਲੋਂ ਜ਼ਰੂਰ ਸਾਂਝੇ ਕਰਦੇ ਹੋਏ ਫਿਰ ਅਸੀਂ ਪ੍ਰੋਗਰਾਮ ਦੀ ਸਮਾਪਤੀ ਵੱਲ ਜਾਈਏ। ਜੀ, ਮੈਂ ਜਿਹੜੀ ਗੱਲ ਕੀਤੀ ਸੀ ਉਹ ਸਮੁੱਚੇ ਗੁਰਦੁਆਰੇ ਜਿਹੜੇ ਪਾਕਿਸਤਾਨ ਦੇ ਵਿੱਚ ਹਨ ਉਹਨਾਂ ਸੰਬੰਧੀ ਕੀਤੀ ਸੀ, ਔਰ ਸਿਰਫ ਗੁਰਦੁਆਰੇ ਨਹੀਂ, ਇਤਿਹਾਸਿਕ ਕਿਲੇ ਵੀ ਹਨ ਉੱਥੇ ਜਿਹੜੇ ਸਾਡੇ ਵਾਸਤੇ ਬਹੁਤ ਦਿਲਚਸਪੀ ਰੱਖਦੇ ਹਨ ਔਰ ਜਿਨ੍ਹਾਂ ਦੇ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ। ਸੋ ਮੇਰੀ ਗੱਲ ਸਿਰਫ ਇਸ ਇੱਕ ਦਿਵਸ ਤੱਕ ਸੀਮਤ ਨਹੀਂ ਸੀ, ਪਰ ਜਿਹੜੀ ਸਾਈਂ ਜੀ ਨੇ ਗੱਲ ਕੀਤੀ ਹੈ ਕਿ ਸਾਨੂੰ ਦਰਬਾਰ ਸਾਹਿਬ ਦਾ ਜਿਹੜਾ ਇੱਕ ਸਥਾਪਨਾ ਦਿਵਸ ਹੈ ਉਹ ਰਲ ਕੇ ਮਨਾਉਣਾ ਚਾਹੀਦਾ ਹੈ, ਬਹੁਤ ਇੱਕ ਸੋਹਣਾ ਸੁਝਾਅ ਹੈ। ਇਹ ਸੁਝਾਅ ਮੈਂ ਜ਼ਰੂਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਸਾਡੇ ਪ੍ਰਧਾਨ ਔਰ ਐਗਜ਼ੈਕਟਿਵ ਕਮੇਟੀ ਹੈ ਉਹਨਾਂ ਕੋਲ ਰੱਖਾਂਗੀ, ਔਰ ਆਸ ਕਰਦੇ ਹਾਂ 2022 ਦੇ ਵਿੱਚ ਇਹਦੇ ਬਹੁਤ ਸਾਰਥਕ ਨਤੀਜੇ ਵੀ ਨਿਕਲਣਗੇ। ਵਾਹਿਗੁਰੂ ਅੱਗੇ ਅਰਦਾਸ ਹੈ। ਬਹੁਤ ਧੰਨਵਾਦ ਜੀ। मैं शुक्रगुजार हाँ जी आप सब दा, बिलखसूस चढ़दी कला टाइम टीवी, सरदार हरप्रीत सिंह जी दर्दी साहब, मुनीश बियाला साहब, सरदारनी किरणजोत साहिबा नाल, और सिंह साहब सरदार रुपिंदर सिंह जी शामपुरा साहब, रब सानू रल के हरमंदिर साहब दा नींह पत्थर दिहाड़ा मनाने दी तौफीक अता फरमाए। और जिस प्यारे अंदाज नाल ਅੱਜ ਮੇਰੀ ਮੁਲਾਕਾਤ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਦੁਬਾਰਾ ਸਰਦਾਰਨੀ ਕਿਰਨਜੋਤ ਸਾਹਿਬਾ ਨਾਲ ਹੋਈ, ਆਪ ਜੀ ਦੀ ਗੱਲਾਂ, ਆਪ ਜੀ ਦਾ ਕੌਨਫੀਡੈਂਸ ਦੱਸਦਾ ਹੈ ਕਿ ਯਕੀਨਨ ਆਪ ਇਸ ਅੱਜ ਦੀ ਇਸ मीटिंग ਨੂੰ ਕਿਸੇ ਮੰਤਕੀ ਅੰਜਾਮ ਤੱਕ ਲੈ ਕੇ ਜਾਓਗੇ, और इंशाल्लाह 2022 च आप जी कह रहे हो होएगा, और मैं दुआ करना कि जी लाजमी होए 2022 तक फिर नवी कमेटी होएगी। मगर मेरी सिर्फ इन्नी रिक्वेस्ट है सारियां दे अगे कि हरमंदिर साहब दा दिहाड़ा किसी कमेटी दा मोहताज नहीं है। हरमंदिर साहब ते है भी हम अमृतसर से है, उत्थे ही मना लो, उत्थे ही चंगे अंदाज नाल मना लो। और ਇਹਦੇ ਨਾਲ ही मैं आप सब ਦਾ ज्यादा टाइम ना लेंदे हुए आप सब ਦਾ शुक्रिया अदा करना है कि आप सब ने ਅੱਜ रल के अपने अपने बहुत खूबसूरत विचार ਦੇ ਨਾਲ ਨਵਾਜ਼ਿਆ। और ਇਹਦੇ ਨਾਲ मैं ਦੱਸਦਾ ਜਾਵਾਂਗਾ ਕਿ ਜਿੱਥੇ ਸਰਦਾਰ ਰੁਪਿੰਦਰ ਸਿੰਘ ਜੀ ਸ਼ਾਮਪੁਰਾ ਸਾਹਿਬ ਇਹ ਉਪਰਾਲਾ ਕਰ ਰਹੇ ਨੇ ਕਿ ਆਪ ਉਸ ਦਿਨ ਇੱਕ ਸਮਾਗਮ ਰੱਖ ਰਹੇ ਨੇ, ਔਰ ਇਹਦੇ ਨਾਲ ਇੱਕ ਗੁਰਦੁਆਰਾ ਹੈ ਜੀ ਸਰਦਾਰ ਸੁਰਿੰਦਰ ਸਿੰਘ ਜੀ ਦਾ ਮਿੱਠੇ ਟਵਾਣੇ ਵਾਲਿਆਂ ਦਾ ਹਰਮੰਦਰ ਸਾਹਿਬ ਦੇ ਬਿਲਕੁਲ ਨਾਲ ਹੀ ਹੈ ਜੀ ਉਸ ਜਗ੍ਹਾ। ਆਪ ਜੀ ਨੇ ਵੀ ਬੜੀ ਕਿਰਪਾ ਕੀਤੀ ਕਿ ਆਪ ਜੀ ਵੀ 13 ਜਨਵਰੀ ਨੂੰ ਇਹ ਸਮਾਗਮ ਰੱਖ ਰਹੇ ਨੇ। ਇਹਦੇ ਨਾਲ ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਕੈਨੇਡਾ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ, और ਇਹ ਕੈਨੇਡਾ ਤੇ ਵੀ ਇਹ ਮਿਸਿਸ ਸਾਗਾ ਗੁਰਦੁਆਰਾ ਮਾਲਟਨ ਜੀ ਉੱਥੇ ਵੀ ਇਹ ਸਮਾਗਮ ਕੀਤੇ ਜਾ ਰਹੇ ਨੇ। ਔਰ ਇਹਦੇ ਨਾਲ ਹੀ ਅੱਜ ਦੇ ਦਿਨ ਮੈਂ ਲਾਜ਼ਮੀ ਦੱਸਣਾ ਚਾਹਾਂਗਾ ਕਿ ਇਸ ਸਾਰੇ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਟਾਈਮ ਟੀਵੀ ਦੇ ਇਸ ਉਪਰਾਲੇ ਦੇ ਬਾਅਦ, ਆਪ ਦੀ ਮਿਹਨਤਾਂ ਦੇ ਬਾਅਦ ਕਿ ਆਪਨੇ ਫਕੀਰ ਦੀ ਆਵਾਜ਼ ਨੂੰ ਪੂਰੀ ਦੁਨੀਆ ਤੇ ਪਹੁੰਚਾਇਆ, USA ਚ ਬਹੁਤ ਵੱਡੀ ਪੱਧਰ 'ਚ ਮਨਾਉਣ ਦੀ ਜਿਹੜਾ ਹੈ ਜੀ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਜੀ ਕਿ ਇਹਨੂੰ ਬਹੁਤ ਵੱਡੀ ਪੱਧਰ ਤੇ ਮਨਾਇਆ ਜਾਏਗਾ। ਉਮੀਦ ਹੈ ਕਿ ਰੱਬ ਆਹਿਸਤਾ ਆਹਿਸਤਾ ਇਹ ਮੇਰਾ ਉਹ ਕਹਿਣਾ ਜੀ ਉਹ ਕਤਰਾ ਕਤਰਾ ਪੱਥਰ 'ਚ ਡੇਗਦਾ ਜਾਵਾਂਗਾ, ਯਕੀਨਨ ਪੱਥਰ 'ਚ ਵੀ ਸੁਰਾਖ ਹੁੰਦਾ ਜਾਏਗਾ ਕਿ ਸ਼ਾਇਦ ਕਿ ਉਤਰ ਜਾਏ ਤੇਰੇ ਦਿਲ में मेरी बात। ਤੇ ਇਹਦੇ ਨਾਲ ਹੀ ਮੈਂ ਆਪ
ਸਭ ਦੇ ਪਿਆਰ ਦਾ ਬਹੁਤ ਸ਼ੁਕਰੀਆ ਅਦਾ ਕਰਨਾ ਔਰ ਮੇਰੀ ਆਵਾਜ਼ ਜਿੱਥੇ ਜਿੱਥੇ ਸੁਣੀ ਜਾ ਰਹੀ ਹੈ ਚੜ੍ਹਦੀ ਕਲਾ ਟਾਈਮ ਟੀਵੀ ਦੇ ਰਾਹੀਂ ਮੈਂ ਉਹਨਾਂ ਸਭ ਨੂੰ ਦਰਬਾਰ ਸਾਹਿਬ ਮੀਆਂ ਮੀਰ ਸਾਹਿਬ ਵੱਲੋਂ ਰਿਕੁਐਸਟ ਕਰਨਾ ਹਾਂ ਕਿ ਆਪ ਸਭ ਆਪਣੇ ਆਪਣੇ ਘਰਾਂ ਦੇ ਅੰਦਰ ਆਪਣੇ ਆਪਣੇ ਗੁਰੂ ਘਰਾਂ ਦੇ ਅੰਦਰ ਆਪਣੀ ਆਪਣੀ ਸੰਗਤਾਂ ਦੇ ਅੰਦਰ ਆਪਣੇ ਆਪਣੇ ਡੇਰਿਆਂ ਦੇ ਅੰਦਰ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਲਾਜ਼ਮੀ ਮਨਾਓ। ਉਹ ਕੁਝ ਵੀ ਨਹੀਂ ਕਰ ਸਕਦੇ ਤੇ ਉਸ ਦਿਨ ਆਪਣੀ ਫੈਮਿਲੀ ਦੇ ਨਾਲ ਬਹਿ ਕੇ ਲੰਗਰ ਕਰੋ ਔਰ ਕਹੋ ਕਿ ਇਹ ਸਾਈਆਂ ਦਾ ਲੰਗਰ ਹੈ, ਇਹ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਹੈ। ਬਹੁਤ ਬਹੁਤ ਧੰਨਵਾਦ ਸਾਈਂ ਜੀ ਅਤੇ ਸਾਰੇ ਪੈਨਲਿਸਟ ਦਾ ਬਹੁਤ ਬਹੁਤ ਧੰਨਵਾਦ। ਸਾਨੂੰ ਮਾਣ ਹਾਸਲ ਹੋਇਆ ਕਿ ਅਸੀਂ ਸਾਈਂ ਜੀ ਦੀ ਆਵਾਜ਼ ਤੇ ਇਹ ਸਾਡਾ ਮੁੱਢਲਾ ਫਰਜ਼ ਵੀ ਹੈ ਕਿ ਅਸੀਂ ਜੋ ਸਾਡਾ ਕੇਂਦਰੀ ਅਸਥਾਨ ਹੈ ਉਹਦਾ ਇੱਕ ਫਾਊਂਡੇਸ਼ਨ ਡੇ ਜੋ ਹੈ ਉਹ ਜ਼ਰੂਰ ਯਾਦ ਰੱਖੀਏ। ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਪਰ ਇਹ ਲੜੀ ਅੱਗੇ ਤੁਰਦੀ ਰਹੇਗੀ। ਜਿਵੇਂ ਪਹਿਲੇ ਗੱਲਬਾਤ ਹੋਈ ਹੈ ਸਿੰਘੂ ਬਾਰਡਰ ਤੋਂ ਵੀ ਤੇ ਜਿਹੜਾ 13 ਤਰੀਕ ਦਾ ਸਮਾਗਮ ਹੈ ਉਹ ਵੀ ਕਰਨਾ। ਉਸ ਤੋਂ ਪਹਿਲੇ 1-2 ਹੋਰ ਪ੍ਰੋਗਰਾਮ ਇਸ ਲੜੀ ਤਹਿਤ ਜਾਰੀ ਰਹਿਣਗੇ। ਮੈਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ ਚਾਹਾਂਗਾ ਤੇ ਸਮੁੱਚੇ ਪੈਨਲਿਸਟ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਤੇ ਜੀ ਆਇਆਂ ਨੂੰ ਕਰਦੇ ਹੋਏ ਇਸੇ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।